ਵਾਹਿਗੁਰੂ ਸਾਹਿਬ ਜੀ। ਏਕ ਓੰਕਾਰ ਸਤਿਗੁਰ ਪ੍ਰਸਾਦ। ਸ੍ਰੀ ਨਾਨਕ ਅੰਗਦ ਗੁਰੂ ਅਮਰਦਾਸ ਪਦ ਬੰਦ। ਰਾਮਦਾਸ ਅਰਜਨ ਗੁਰੂ ਬਰ ਸ੍ਰੀ ਹਰਿ ਗੋਬਿੰਦ। ਹਰੀ ਰਾਏ ਹਰਿ ਕ੍ਰਿਸ਼ਨ ਗੁਰ ਤੇਗ ਬਹਾਦਰ ਚੰਦ। ਦਸਵੇਂ ਗੋਬਿੰਦ ਸਿੰਘ ਗੁਰੂ ਨਮੋ ਚਰਨ ਅਰਬਿੰਦ। ਜਿਸਮਹਿ ਅੰਮ੍ਰਿਤ ਗਿਆਨ ਹੈ ਮਾਣਕ ਭਗਤ ਵੈਰਾਗ। ਸ੍ਰੀ ਗੁਰੂ ਗ੍ਰੰਥ ਸਾਹਿਬ ਉਦਦ ਬੰਦੋਂ ਕਰ ਅਨੁਰਾਗ। ਖਾਲਸੋ ਹੋਵੇ ਖੁਦ ਖੁਦਾ ਜਿਮ ਖੂਬੀ ਖੂਬ ਖੁਦਾਏ। ਆਨ ਨਾ ਮਾਨੈ ਆਨ ਕੀ ਇਕ ਸੱਚੇ ਬਿਨ ਪਤਸ਼ਾਹੀ। ਏਕ ਹਰੀ ਦਾਸ ਰੂਪ ਗੁਰ ਗ੍ਰੰਥ ਪੰਥ ਕੋ ਬੰਦ। ਗ੍ਰੰਥ ਪੰਥ ਪ੍ਰਕਾਸ਼ ਜਹੈ ਅਬ ਬਰਨੋ ਸੁਖ ਕੰਦ। ਗ੍ਰੰਥ ਪੰਥ ਪ੍ਰਕਾਸ਼ ਜਹੈ ਅਬ ਬਰਨੋ ਸੁਖ ਕੰਦ। ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ। ਗੁਰੂ ਗਰੀਬ ਨਵਾਜ ਚਵਰ ਤਖਤ ਛਤਰ ਦੇ ਮਾਲਕ ਜੁਗੋ ਜੁਗ ਟਲ ਦਸਾਂ ਪਾਤਸ਼ਾਹੀਆਂ ਦੀ ਆਤਮਿਕ ਜੋਤ। ਧੰਨ ਧੰਨ ਸ੍ਰੀ ਗੁਰੂ ਗ੍ਰੰਥ ਸਾਹਿਬ ਸੱਚੇ ਪਾਤਸ਼ਾਹ ਜੀ। ਸਤਿਗੁਰੂ ਜੀ ਦੀ ਅਤੀ ਅਪਾਰ ਕਿਰਪਾ ਰਹਿਮਤ ਬਖਸ਼ਿਸ਼ ਹੋਈ ਹੈ। ਗੁਰੂ ਸਾਹਿਬ ਜੀ ਨੇ ਜੋ ਆਪਾਂ ਨੂੰ ਭਾਈ ਹਰ ਰੋਜ਼ ਦੀ ਤਰ੍ਹਾਂ ਸ਼ਾਮ ਦਾ ਸਮੇਂ ਸਤ ਸੰਗਤ ਦੀਆਂ ਘੜੀਆਂ ਬਖਸ਼ੀਆਂ ਹਨ। ਲੜੀਵਾਰ ਜੋ ਕਥਾ ਇਤਿਹਾਸਕ ਗ੍ਰੰਥ ਸ੍ਰੀ ਗੁਰੂ ਪੰਥ ਪ੍ਰਕਾਸ਼ ਦੀ, ਜੋ ਕਿ ਮਹਾਨ ਵਿਦਵਾਨ ਗਿਆਨੀ ਗਿਆਨ ਸਿੰਘ ਜੀ ਨੇ ਬੜੀ ਮਿਹਨਤ ਮਸ਼ੱਕਤ ਨਾਲ ਇਹ ਮਹਾਨ ਰਚਨਾ ਇਤਿਹਾਸ ਦੀ ਸੋਹਣੀ ਛੰਦਾਬੰਦੀ ਅੰਦਰ ਇਤਿਹਾਸ ਰਚਿਆ ਹੈ, ਉਹ ਲੜੀਵਾਰ ਕਥਾ ਜਿਹੜੀ ਆ ਸਰਵਣ ਕਰ ਰਹੇ ਹੋ। ਸ੍ਰੀ ਗੁਰੂ ਨਾਨਕ ਦੇਵ ਮਹਾਰਾਜ ਆਦਿ ਸਤਿਗੁਰੂ ਜੀ ਦਾ ਜੋ ਜੀਵਨ ਇਤਿਹਾਸ ਹੈ, ਬਹੁਤ ਸੰਖੇਪ ਰੂਪ ਦੇ ਵਿੱਚ ਜੋ ਕਥਾ ਹੈ ਉਹ ਚੱਲ ਰਹੀ ਹੈ ਵੱਖ-ਵੱਖ ਜਗ੍ਹਾ ਪਰ ਵੱਖ-ਵੱਖ ਮੱਤਾਂ ਨੂੰ ਉਪਦੇਸ਼ ਦਿੰਦਿਆਂ ਹੋਇਆਂ। ਕੱਲ ਆਪਾਂ ਇੱਥੇ ਤੱਕ ਆਏ ਸੀ ਕਿ ਪਿਖ ਬਗਲੂਰ ਕੋਟਮ ਪਾਟੌਰ ਗੋਬੀ ਆਦ ਸ਼ਹਿਰ ਬਹੁ ਠੌਰ। ਇਹ ਬੰਗਲੌਰ ਇਤਿਆਦਿਕ ਹੋਰ ਇਲਾਕਿਆਂ ਨੂੰ ਤਾਰਦੇ ਹੋਏ ਗਰੀਬ ਨਵਾਜ ਪਾਤਸ਼ਾਹ ਰਤਨਗਿਰੀ ਪਰ ਬੈਠੇ ਆਏ, ਰਤਨਗਿਰੀ ਪਹੁੰਚੇ ਹਨ। ਗਾਇਓ ਸ਼ਬਦ ਊਚ ਧੁਨ ਭਾਈ। ਭਾਈ ਮਰਦਾਨੇ ਨੇ ਉੱਚੀ ਧੁਨ ਦੇ ਵਿੱਚ ਸ਼ਬਦ ਗਾਇਆ। ਆਓ ਅੱਗੇ ਪਿਆਰ ਤੇ ਸਤਿਕਾਰ ਨਾਲ ਕਥਾ ਸਰਵਣ ਕਰੀਏ ਜੀ। ਸਤਨਾਮ ਸ੍ਰੀ ਵਾਹਿਗੁਰੂ ਸਾਹਿਬ ਜੀ। ਸਵਈਆ ਤਹ ਸਿੱਧ ਸਾਧ ਜਿਤੇ ਤਪਸੀ। ਉਸ ਜਗ੍ਹਾ ਰਤਨਗਿਰੀ ਜਿੰਨੇ ਵੀ ਸਿੱਧ ਸਾਧ ਤਪਸੀ ਸਨ, ਮਨ ਮੋਦ ਭਏ ਸੁਨ ਕੈ ਸਭ ਹੀ। ਸਾਰੇ ਸ਼ਬਦ ਸੁਣ ਕਰਕੇ ਮਨ ਦੇ ਵਿੱਚ ਮੋਦ ਹੋ ਗਏ ਨੇ, ਖੁਸ਼ ਹੋਏ ਹਨ। ਢਿਗ ਆਏ ਕਰੀ ਚਰਚਾ ਬਹੁਤਾ। ਬਹੁਤ ਤਰ੍ਹਾਂ ਦੀ ਆ ਕੇ ਮਹਾਰਾਜ ਨਾਲ ਚਰਚਾ ਕੀਤੀ ਹੈ।
दृढ़ ज्ञान विज्ञान लहियो तब ही। ते दृढ़ ज्ञान प्रतख ज्ञान उस समय प्राप्त कीता। फिर जाए डकौर पिखियो वह मंदर। फिर डकौर इलाके विच जाके वो मंदिर वेखिया। 56 भोग लगे अब ही। जिथे 56 भोग 56 तरह का भाव ਵੱਖ-ਵੱਖ ਪਦਾਰਥਾਂ 56 ਤਰ੍ਹਾਂ ਦੇ ਭੋਜਨਾਂ ਦਾ ਭੋਗ ਲੱਗਦਾ ਹੈ। ਪਿਖ ਸ਼ਹਿਰ ਬੜੌਦਾ ਪੜੌਚਰ ਸੂਰਤ। ਫਿਰ ਮਹਾਰਾਜ ਨੇ ਬੜੌਦਾ ਸ਼ਹਿਰ ਵੇਖਿਆ, ਪੜੌਚਰ, ਫਿਰ ਸੂਰਤ ਗੁਜਰਾਤ ਦਾ ਸ਼ਹਿਰ ਹੈ। ਅਹਿਮਦਾਬਾਦ ਆਏ ਜਬ ਹੀ। ਮਹਾਰਾਜ ਅਹਿਮਦਾਬਾਦ ਧਰਤੀ ਤੇ ਪਹੁੰਚੇ ਹਨ। ਚੌਪਈ ਸਾਂਬਰਵਤੀ ਨਦੀ ਤਟ ਥਿਰੇ। ਉੱਥੇ ਸਾਂਬਰਮਤੀ, ਅੱਜ ਕੱਲ ਸਾਂਬਰਮਤੀ ਕਹਿੰਦੇ, ਸਾਂਬਰਵਤੀ ਨਦੀ ਕਿਨਾਰੇ ਮਹਾਰਾਜ ਬੈਠੇ। ਘਰ ਦਰਸ਼ਨ ਮਨ ਲੋਗਨ ਫਿਰੇ। ਮਹਾਰਾਜ ਦੇ ਦਰਸ਼ਨ ਕੀਤੇ ਤਾਂ ਗੁਰਮੁਖੋ ਲੋਕਾਂ ਦੇ ਮਨ ਜਿਹੜੇ ਹਨ ਉਹ ਫਿਰ ਗਏ। ਸਤਨਾਮ ਜਪਨੇ ਬਹੁ ਲਾਏ। ਔਰ ਬੇਅੰਤ ਲੋਕਾਂ ਨੂੰ ਪਰਮੇਸ਼ਰ ਦਾ ਨਾਮ ਜਪਣ ਵੱਲ ਲਾਇਆ। ਭਰਮ ਕਰਮ ਸਿਲ ਜਜਨ ਛੁਡਾਏ। ਭਰਮ ਕਰਮ ਛੁਡਾਏ, ਸਿਲ ਜਜਨ ਪੱਥਰ ਪੂਜਾ ਜਿਹੜੀ ਸੀ ਉਹ ਛੁਡਵਾਈ। ਇੱਕ ਨਾਗਰ ਦੇ ਯਕੀਨੀ ਸੇਵਾ। ਉਹ ਗੁਜਰਾਤ ਦੇ ਬ੍ਰਾਹਮਣਾਂ ਦੀ ਇੱਕ ਜਾਤੀ ਹੈ ਨਾਗਰ। ਉਹ ਨਾਗਰ ਬ੍ਰਾਹਮਣ ਸੀ, ਉਹਨੇ ਮਹਾਰਾਜ ਦੀ ਸੇਵਾ ਕੀਤੀ। ਘਨੀ ਚਾਹੇ ਲੀਨੋ ਸੁਤ ਮੇਵਾ। ਬਹੁਤ ਸੇਵਾ ਕੀਤੀ ਔਰ ਚਾਹਨਾ ਕੀਤੀ ਕਿ ਪੁੱਤਰ ਦਾ ਜਿਹੜਾ ਫਲ ਹੈ ਉਹ ਮੈਨੂੰ ਭਾਵ ਸੁਤ ਮੇਵਾ, ਪੁੱਤਰ ਰੂਪੀ ਮੇਵਾ ਮਹਾਰਾਜ ਬਖਸ਼ਣ। ਆਸ ਤੋਸ ਗੁਰ ਬਚਨ ਪਖਨ। ਆਸ ਤੋਸ ਗੁਰ ਬਚਨ ਬਖਾਨਾ। ਮਹਾਰਾਜ ਕਹਿੰਦੇ ਆਸ ਤੋਸ ਕਿ ਤੇਰੀ ਆਸਾ ਪੂਰੀ ਹੋਵੇਗੀ। ਛੇਤੀ ਪ੍ਰਸੰਨ ਹੋਣ ਵਾਲੇ ਸਤਿਗੁਰਾਂ ਨੇ ਉਹ ਬਚਨ ਕਹੇ। ਹੋਇ ਹੈ ਸੁਤ ਤੁਬ ਸੰਤ ਮਹਾਨਾ। ਮਹਾਰਾਜ ਕਹਿੰਦੇ ਤੇਰੇ ਘਰ ਦੇ ਵਿੱਚ ਇੱਕ ਮਹਾਨ ਸੰਤ ਜਨਮ ਲਵੇਗਾ। ਤਾਂ ਕਿ ਸੁਤ ਦਾਦੂ ਜੀ ਭਏ। ਤੇ ਉਹ ਫਿਰ ਜਿਹੜਾ ਗੁਰਮੁਖੋ ਗੁਜਰਾਤ ਸੂਬਾ ਸ਼ਹਿਰ ਅਹਿਮਦਾਬਾਦ, ਉੱਥੇ ਦਾਦੂ ਜਿਹੜੇ ਹਨ ਉਹਨਾਂ ਦਾ ਜਨਮ ਹੋਇਆ। ਔਰ ਕਬੀਰ ਪੰਥੀ ਸੰਤਾਂ ਦੀ ਸੰਗਤ ਕਰਕੇ ਗਿਆਨ ਪ੍ਰਾਪਤ ਕੀਤਾ। ਦਾਦੂ ਦੁਆਰਾ ਨਰੈਣਾ, ਫਿਰ ਜੈਪੁਰ ਵਿੱਚ ਰਾਜਸਥਾਨ, ਉੱਥੇ ਜਿਹੜਾ ਹੈ ਦੇਹਾਂਤ ਹੋਇਆ ਉਹਨਾਂ ਦਾ। ਇਸ ਕਰਕੇ ਫਿਰ ਦਾਦੂ ਪੰਥੀਆਂ ਦਾ ਉਹ ਮੁੱਖ ਸਥਾਨ ਬਣ ਗਿਆ। ਤਾਂ ਕਿ ਸੁੱਤ ਦਾਦੂ ਜੀ ਪਏ, ਉਹਦੇ ਜਿਹੜੇ ਪੁੱਤਰ ਫਿਰ ਦਾਦੂ ਜੀ ਹੋਏ। ਦਾਦੂ ਪੰਥੀ ਜੇ ਨਿਰਮਏ। ਜਿਸ ਤੋਂ ਅੱਗੇ ਦਾਦੂ ਪੰਥ ਜਿਹੜਾ ਹੈ ਪੈਦਾ ਹੋਇਆ। ਤਹਿਤ ਚੱਲ ਮਗ ਜਨ ਘਨ ਤਾਰਤ। ਉਥੋਂ ਚੱਲਦੇ ਹੋਏ ਰਸਤੇ ਵਿੱਚ ਬੇਅੰਤ ਲੋਕਾਂ ਨੂੰ ਜਿਵੇਂ ਬੱਦਲ ਪੈਂਦਾ ਹੈ, ਵਰਖਾ ਕਰਦਾ ਜਾਂਦਾ ਹੈ, ਇਉਂ ਗਰੀਬ ਨਵਾਜ ਪਾਤਸ਼ਾਹ ਦੀ ਤਾਰਦੇ ਹੋਏ ਆਏ। ਸੀਦਪੁਰ ਪਟਨ ਕਾਰਤ। ਸੀਦ ਪਟਨ ਸ਼ਹਿਰ ਆ ਗਏ। ਸ਼ਿਵਾ ਦੇ ਵੱਡੇ ਪੁੱਤਰ ਸ਼ਿਆਮ ਕਾਰਤਕ ਦਾ ਸਥਾਨ ਹੈ। ਤੀਰਥ ਹੈ ਸੋ ਦੇਸ ਸਭ ਮੰਨੈ। ਉੱਥੇ ਭਾਈ ਕਾਰਤਿਕ ਦਾ ਤੀਰਥ ਸਥਾਨ ਹੈ, ਸਾਰੇ ਦੇਸ਼ ਵਿੱਚ ਮੰਨਿਆ ਜਾਂਦਾ ਹੈ। ਪਿੰਡ ਭਰਾਵਤ ਗਿਆ ਸਮਾਨੈ। ਜਿੱਥੇ ਗਿਆ ਵਾਂਗੂ ਜਿਹੜੇ ਲੋਕੀ ਹਨ ਉਹ ਪਿੰਡ ਭਰਦੇ ਹਨ। ਤਲਾ ਮੇਲਾ ਹੁਤੋ ਤੋਹਾਂ ਤਬ ਭਾਰੀ। ਉੱਥੇ ਬਹੁਤ ਵੱਡਾ ਮੇਲਾ ਉਸ ਸਮੇਂ ਲੱਗਿਆ ਹੋਇਆ ਸੀ। ਤਲਾਵਾੜ ਪੁਲ ਝਾਲਾ ਵਾਰੀ। ਫਿਰ ਜਿਹੜਾ ਹੈ ਤਲਾਵਾੜ ਭਾਵ ਤਲਵਾੜ ਦੇ ਦੇਸ਼ ਦੇ ਲੋਕ, ਪੁਨ ਝਾਲਾਵਾਰੀ ਝਾਲਾਵਾਰ ਦੇਸ਼ ਦੇ ਲੋਕ। ਕਾਠਵਾਰੀ ਗੁਜਰਾਤੀ ਬਨੇ। ਫਿਰ ਕਾਠੀਆਵਾੜ ਦੇਸ਼ ਦੇ ਲੋਕ ਹੈ, ਉਹ ਵੀ ਭਾਈ ਸਜ ਫਬ ਕਰਕੇ
ਆਏ ਹੁਤੇ ਨਾਰ ਨਰ ਘਨੇ। ਅਨੇਕਾਂ ਮਾਈ ਭਾਈ ਉਸ ਮੇਲੇ ਵਿੱਚ ਪਹੁੰਚੇ ਹੋਏ ਸਨ। ਜਬ ਗੁਰ ਤਹਿ ਰਬਾਬ ਬਜਵਾਇਓ। ਜਦੋਂ ਗੁਰੂ ਪਾਤਸ਼ਾਹ ਨੇ ਭਾਈ ਮਰਦਾਨੇ ਨੂੰ ਕਿਹਾ, ਮਰਦਾਨਿਆਂ ਰਬਾਬ ਵਜਾ, ਤੇ ਰਬਾਬ ਉੱਥੇ ਮਹਾਰਾਜ ਨੇ ਬਜਵਾਈ। ਸ਼ਬਦ ਹਰੀ ਮਹਿਮਾ ਕਾ ਗਾਇਓ। ਔਰ ਹਰੀ ਦੀ ਮਹਿਮਾ ਦਾ ਸ਼ਬਦ ਗਾਇਆ ਸਤਿਗੁਰੂ ਪਾਤਸ਼ਾਹ ਜੀ ਨੇ। ਸੁਣ ਕੇ ਮਨ ਸਭ ਕੇ ਗੋਰੇ ਹੋਰੀ। ਤੇ ਸਾਰਿਆਂ ਨੇ ਸ਼ਬਦ ਸੁਣਿਆ ਗੁਰੂ ਮਹਾਰਾਜ ਦੇ ਵੱਲ ਨੂੰ, ਸਾਰੇ ਹੀ ਭਏ ਰੁਜੂ ਅਤਸ਼ੈ ਬਰ ਜੋਰੀ। ਸਾਰੇ ਰੁਜੂ ਹੋ ਗਏ, ਭਾਵ ਉਧਰ ਨੂੰ ਧਿਆਨ ਖਿੱਚੇ ਗਏ। ਅਤਸ਼ੈ ਕਹੀਏ ਬਹੁਤ ਜ਼ਿਆਦੇ, ਬਦੋ ਬਦੀ ਹੀ। ਸਭ ਕੋ ਗੁਰ ਹਰਿ ਭਗਤ ਦ੍ਰਿੜ੍ਹੈ ਕੈ। ਸਾਰਿਆਂ ਨੂੰ ਗੁਰੂ ਮਹਾਰਾਜ ਜੀ ਹਰੀ ਭਗਤੀ ਦ੍ਰਿੜ ਕਰਵਾ ਕੇ ਆਏ ਕਾਠੀਆ ਵਾੜ ਚਲੈ ਕੈ। ਏਰ ਮਹਾਰਾਜ ਕਾਠੀਆ ਵਾੜ ਚੱਲ ਕੇ ਆਏ। ਪਿਖਿਓ ਸ਼ਹਿਰ ਇੱਕ ਪਾਲੀ ਟਾਨਾ। ਇੱਥੇ ਇੱਕ ਪਾਲੀ ਟਾਨਾ ਨਾਮ ਦਾ ਸ਼ਹਿਰ ਮਹਾਰਾਜ ਨੇ ਵੇਖਿਆ। ਜੈਨ ਧਰਮ ਜੈਨ ਮਹਾਨਾ। ਜਿੱਥੇ ਜੈਨ ਧਰਮ ਦਾ ਬਹੁਤ ਵੱਡਾ ਮੰਦਰ ਹੈ। ਮੰਦਰ ਜੈਨਨ ਕਾ ਤਹਿ ਐਸਾ। ਤੇ ਉਹ ਜੈਨੀਆਂ ਦਾ ਉੱਥੇ ਮੰਦਰ ਜਿਹੜਾ ਹੈ ਉਹ ਐਸਾ ਮੰਦਰ ਹੈ। ਜਗ ਮਹਿ ਨਹਿ ਦੂਸਰ ਵੈਸਾ। ਗਿਆਨੀ ਗਿਆਨ ਸਿੰਘ ਜੀ ਕਹਿੰਦੇ ਜਗਤ ਵਿੱਚ ਉਹ ਜਿਹਾ ਦੂਸਰਾ ਮੰਦਰ ਨਹੀਂ ਹੈ, ਇਤਨਾ ਭਾਵ ਖਰਚਾ ਕੀਤਾ ਹੋਇਆ ਹੈ। ਬਜਰ ਖਚੇ ਅਮੋਲਕ ਲੱਖੋਂ। ਹੀਰੇ ਜਿਹੜੇ ਹਨ ਉਹ ਜੜੇ ਹੋਏ ਨੇ ਲੱਖਾਂ ਦੇ। ਅਮੋਲਕ ਲੱਖੋਂ, ਲੱਖਾਂ ਹੀ ਹੀਰੇ ਜਿਹੜੇ ਬੇਸ਼ਕੀਮਤੀ ਹੈ। ਸੋਨਾ ਚਾਂਦੀ ਕਹਿ ਲਓ ਭਾਖੋਂ। ਸੋਨਾ ਚਾਂਦੀ ਇੰਨਾ ਲੱਗਿਆ ਹੈ ਕਿ ਕੀ ਗਿਆਨੀ ਗਿਆਨ ਸਿੰਘ ਜੀ ਕਹਿੰਦੇ ਕਿੰਨਾ ਕੁ ਦੱਸੀਏ ਤੁਹਾਨੂੰ। ਹੇਰ ਕੁਬੇਰ ਗਰਬ ਜਹ ਭਜੈ। ਭਾਵ ਇਤਨਾ ਧਨ ਖਰਚਿਆ, ਉਹਨੂੰ ਵੇਖ ਕੇ ਕੁਬੇਰ ਵੀ ਜਿਹੜਾ ਹੈ ਭੱਜ ਜੂ, ਭਾਵ ਉਹਦਾ ਵੀ ਹੰਕਾਰ ਨਾਸ਼ ਹੋ ਜਾਂਦਾ ਹੈ। ਦੁੱਤ ਆਗੇ ਰਵ ਸਸ ਦੁੱਤ ਲਾਜੈ। ਇਹ ਕਹਿ ਲਈਏ ਦੁੱਤ ਜਿਹੜਾ ਭਾਈ ਚਮਕਦਾ ਸੋਮਾ ਸੂਰਜ ਹੈ, ਇਹ ਉਹ ਵੀ ਜਾਂ ਸਸ ਦੁੱਤ ਜਾਂ ਦੁੱਤ ਆਗੇ ਉਸ ਮੰਦਰ ਦੀ ਚਮਕ ਦੇ ਅੱਗੇ ਰਵ ਸਸ ਦੁੱਤ ਲਾਜੈ। ਸੂਰਜ ਤੇ ਚੰਦਰਮਾ ਵੀ ਸ਼ਰਮਿੰਦੇ ਹੁੰਦੇ ਹਨ। ਦਮਕੈ ਪਿਖ ਚਿਤ ਚਪਲਾ ਚਮਕੈ। ਇਉਂ ਬਿਜਲੀ ਵਾਂਗੂ ਚਮਕਦਾ ਹੈ ਤੇ ਚਿਤ ਚਪਲਾ ਚਮਕੈ। ਇਹ ਕਹੀਏ ਕਿ ਬਿਜਲੀ ਦੀ ਵੀ ਚਮਕ ਜਦੋਂ ਉਹਨੂੰ ਵੇਖਦੀ ਹੈ ਤੇ ਉਹ ਵੀ ਕ੍ਰੋਧਵਾਨ ਹੋ ਜਾਂਦੀ ਹੈ ਕਿ ਮੇਰੇ ਨਾਲੋਂ ਵੀ ਜ਼ਿਆਦਾ ਚਮਕ ਹੈ। ਮੰਦ ਸੁਗੰਧ ਪੌਨ ਜਹ ਰਮ ਕੈ। ਫਿਰ ਉੱਥੋਂ ਇਲਾਕਾ ਐਸਾ ਹੈ ਹੌਲੀ ਹੌਲੀ ਬੜੀ ਸੁਗੰਧੀ ਵਾਲੀ, ਕਿਉਂਕਿ ਜਿਹੜੇ ਐਸੇ ਪਹਾੜ ਨੇ ਜਾਂ ਦਰਖਤ ਐਸੇ ਹਨ ਇਹ ਬਹੁਤ ਸੋਹਣੀ ਸਹਿਜੇ ਸਹਿਜੇ ਹਵਾ ਚੱਲਦੀ ਹੈ ਸੁਗੰਧੀ ਸਹਿਤ। ਤਾਹਾਂ ਜਬੈ ਗੁਰ ਸ਼ਬਦ ਉਚਾਰਾ। ਉੱਥੇ ਜਦੋਂ ਗੁਰੂ ਨਾਨਕ ਦੇਵ ਪਾਤਸ਼ਾਹ ਨੇ ਸ਼ਬਦ ਉਚਾਰਿਆ, ਜੈਨ ਧਰਮ ਕੇ ਲੋਗ ਹਜ਼ਾਰਾ। ਹਜ਼ਾਰਾਂ ਹੀ ਲੋਕ ਜਿਹੜੇ ਜੈਨ ਧਰਮ ਨੂੰ ਮੰਨਣ ਵਾਲੇ ਸਨ। ਆਏ ਬੈਨ ਉਨ ਜਾਬਿਦ ਕਹੇ। ਉਹ ਮਹਾਰਾਜ ਦੇ ਕੋਲੇ ਆਏ ਤੇ ਸਤਿਗੁਰਾਂ ਨੂੰ ਇਸ ਤਰ੍ਹਾਂ ਕਹਿਣ ਲੱਗੇ ਹਨ, ਮਤ ਹਮਾਰ ਉੱਤਮ ਅਤ ਅਹੇ। ਕਹਿਣ ਲੱਗੇ ਮਹਾਰਾਜ ਜਿਹੜਾ ਸਾਡਾ ਮਤ ਹੈ ਉਹ ਬਹੁਤ ਉੱਤਮ ਹੈ। ਰੂਪ ਅਨੂਪ ਨ ਕਰ ਜੇ ਬਹਿ। ਤੇ ਐਸਾ ਸੋਹਣਾ ਸੁੰਦਰ ਜਿਹੜਾ ਹੈ ਰੂਪ ਬਣਾ ਕੇ ਜੇ ਕਹਿੰਦੇ ਜੋੜ ਜਿਹੜਾ ਨਹੀਂ ਬੈਠਦਾ, ਭਾਵ ਜਿਹੜਾ ਮੈਲਾ ਰਹਿੰਦਾ ਹੈ, ਭੁਗਤ ਮੁਕਤ ਸੋ ਜਨ ਲਹੈ। ਉਹ ਵੀ ਕਹਿੰਦੇ ਇੱਥੇ ਭੁਗਤ ਪਦਾਰਥ ਤੇ ਮੁਕਤੀ ਦੀ ਪ੍ਰਾਪਤੀ ਕਰ ਲੈਂਦਾ ਹੈ। ਮੈਲੇ ਬਸਨ ਦਸਨ ਮਲ ਧਾਰੇ। ਮੈਲੇ ਬਸਤਰ ਤੇ ਦੰਦ ਵੀ ਮੈਲ ਨਾਲ ਭਰੇ ਹੋਏ। ਸੰਜਮ ਤਪ ਬ੍ਰਤ ਕਰੇ ਅਪਾਰੇ। ਅਨੇਕਾਂ ਸੰਜਮ ਤਪ ਔਰ ਬ੍ਰਤ ਕਰੇ। ਨੋਚੇ ਸਿਰ ਸੋਚੇ ਪਗ ਧਰ ਤੋ।
ਨੋਚੇ ਸਿਰ, ਸਿਰ ਦੇ ਵਾਲਾਂ ਨੂੰ ਖਿੱਚ ਖਿੱਚ ਕੇ ਪੱਟੇ। ਸੋਚੇ ਪਗ ਧਰ ਤੋਂ, ਧਰਤੀ ਤੇ ਪੈਰ ਰੱਖਣਾ ਵੀ ਸੋਚ ਸੋਚ ਕੇ ਰੱਖਦਾ ਹੈ। ਮੁਖ ਪੱਟੀ ਥੱਟੀ ਗਹਿ ਡਰ ਤੋਂ, ਮੁਖ ਤੇ ਪੱਟੀ ਬੰਨ ਕੇ ਰੱਖਦੇ ਨੇ ਕਿ ਜੀਵ ਹਿੰਸਾ ਨਾ ਹੋ ਜੇ। ਜੀਵ ਹਿੰਸਾ ਤੋਂ ਡਰਦੇ ਮੂੰਹ ਤੇ ਕੱਸ ਕੇ ਪੱਟੀ ਬੰਨਦੇ ਹਨ। ਜੀਵ ਨਾ ਕੋ ਜਾਤੇ ਮਰੈ, ਇਹ ਕੋਈ ਵੀ ਜੀਵ ਨਾ ਉਸ ਤੋਂ ਕਦੇ ਮਰ ਜਾਵੇ। ਹਵਾ 'ਚ ਜੀਵ ਹੈ, ਇਸ ਕਰਕੇ ਬੰਨ੍ਹਦੇ ਹੈ ਕਿ ਮੁੱਖ ਰਾਹੀਂ ਅੰਦਰ ਜਾ ਕੇ ਜੀਵ ਨਾ ਮਰ ਜੇ। ਪੱਗ ਨਾਂਗੇ ਸਿਰ ਸਦ ਹੀ ਫਿਰੈ, ਨੰਗੇ ਪੈਰੀ ਨੰਗੇ ਸਿਰ ਹਮੇਸ਼ਾ ਫਿਰਦੇ ਹਨ। ਨਹਾਵਣ ਧੋਵਣ ਕਦੀ ਨਾ ਕਰੈ, ਕਦੇ ਨਹਾਉਣਾ ਧੋਣਾ ਨਹੀਂ ਕਰਦੇ, ਨਹਾਉਂਦੇ ਨਹੀਂ ਹਨ। ਜਰ ਜੋਰੂ ਘਰ ਕਹਿ ਨਹਿ ਥਿਰੈ, ਜਰ ਜੋਰੂ ਘਰ ਕਰ ਨਹਿ ਥਿਰੈ। ਤੇ ਧਨ ਔਰ ਇਸਤਰੀ ਉਹ ਜਿਹੜੀ ਹੈ ਘਰ ਦੇ ਵਿੱਚ ਨਹੀਂ ਲਿਆਉਂਦੇ ਹਨ, ਵਸਾਉਂਦੇ ਹਨ। ਆਪਣੇ ਹੇਤ ਨਾ ਕੁਛ ਬਣਵਾਵੇ, ਤੇ ਆਪਣੇ ਵਾਸਤੇ ਕੁਛ ਵੀ ਨਹੀਂ ਬਣਵਾਉਂਦੇ ਹਨ। ਸਾਥ ਵਿਵੇਕ ਮੰਗ ਕਰ ਖਾਵੇ, ਫਿਰ ਮੰਗਦੇ ਵੀ ਵਿਚਾਰ ਦੇ ਨਾਲ, ਬਹੁਤ ਵਿਚਾਰ ਕਰ ਕਰਕੇ ਕਿਹੜੇ ਘਰੋਂ ਮੰਗਣਾ ਉਹ ਛਕਦੇ ਹਨ। ਸੰਜਮ ਵਰਤ ਕਰੈ ਤਪ ਭਾਰੇ, ਔਰ ਸੰਜਮ ਵਰਤ ਬੜੇ ਭਾਰੇ ਤਪ ਕਰਦੇ। ਜਾਂ ਤੇ ਪਹਿ ਮੁਕਤ ਉਦਾਰੇ, ਜਿਹਦੇ ਨਾਲ ਭਾਈ ਮਹਾਨ ਮੁਕਤੀ ਦੀ ਪ੍ਰਾਪਤੀ ਹੁੰਦੀ ਹੈ, ਮੁਕਤੀ ਵਿੱਚ ਪੈਂਦੇ ਹਨ। ਦੋਤੀ ਆਕਾਸ਼ ਅਲੌਕਿਕ ਜੋ ਹੈ, ਦੂਸਰਾ ਜਿਹੜਾ ਇਹ ਆਕਾਸ਼ ਹੈ ਬੜਾ ਆਸ਼ਚਰਜ ਹੈ। ਸਿਲਾ ਆਰੋਹਨ ਤਹਿ ਇੱਕ ਸੋ ਹੈ, ਤੇ ਉਥੇ ਪੱਥਰ ਦੀ ਜਿਹੜੀ ਪੌੜੀ ਹੈ ਉਹ ਵੀ ਇੱਕ ਸੋਭਦੀ ਹੈ। ਤਾਂ ਪਰ ਮੁਕਤ ਜੀਵ ਜਾ ਪਰ ਹੈ, ਕਹਿੰਦੇ ਉਹਦੇ ਉੱਤੇ ਜਿਹੜਾ ਜੀਵ ਹੈ ਮੁਕਤ ਹੋ ਕੇ ਪੈ ਜਾਂਦਾ ਹੈ। ਤਾਂ ਤੇ ਤਵੇ ਬੂੰਦ ਜਿਉਂ ਜਰ ਹੈ, ਤੇ ਫਿਰ ਜਿਵੇਂ ਤਵੇ ਤੇ ਬੂੰਦ ਸੜ ਜਾਂਦੀ ਹੈ ਇਸ ਤਰ੍ਹਾਂ ਸੜ ਜਾਂਦਾ, ਖਤਮ ਹੋ ਜਾਂਦਾ। ਬੁੱਧ ਜੈਨ ਅਰਹੰਤ ਅਚਾਰੈ, ਇਹ ਬੁੱਧ ਜੈਨ ਅਰਹੰਤ ਇਹ ਤਿੰਨੇ ਜੈਨੀਆਂ ਦੇ ਗੁਰੂ ਹਨ। ਇਹ ਜਿਹੜੇ ਆਚਾਰੀ ਆ ਭਏ ਜੋ ਹਮ ਪਰ 24 ਯਾਰੈ, ਕਹਿੰਦੇ ਮਹਾਰਾਜ ਇਸ ਤਰ੍ਹਾਂ ਦੇ 24 ਮਹਾਨ ਅਵਤਾਰ ਤੀਰਥੰਕਰ ਸਾਡੇ ਹੋਏ ਹਨ। ਤਿਨ ਜਹੇ ਉੱਤਮ ਮਤ ਬਿਦਤਾਇਓ, ਉਹਨਾਂ ਨੇ ਮਹਾਰਾਜੇ ਬਹੁਤ ਉੱਤਮ ਮਹਾਨ ਮਤ ਜਿਹੜਾ ਪ੍ਰਗਟ ਕੀਤਾ। ਜਿਨ ਮਾਨਿਓ ਸੋ ਮੁਕਤ ਕਹਾਇਓ, ਤੇ ਜਿਹੜੇ ਮੰਨ ਲੈਂਦੇ ਨੇ ਉਹ ਮੁਕਤ ਹੋ ਜਾਂਦੇ ਆ, ਮੁਕਤ ਕਹਾਉਂਦੇ ਹਨ। ਈਸ ਮਾਨਨੋ ਅਹੇ ਬੇਅਰਥ, ਉਸ ਤੋਂ ਬਿਨਾਂ ਐਵੇਂ ਕਿਸੇ ਈਸ਼ਵਰ ਨੂੰ ਮੰਨਣਾ ਤੇ ਵਿਅਰਥ ਹੈ। ਕਰਮਨ ਤੈ ਸਿੱਧ ਹੋਏ ਸਭ ਅਰਥ, ਕਿਉਂਕਿ ਕਰਮ ਕਰਨ ਦੇ ਨਾਲ ਹੀ ਸਾਰੇ ਮਤਲਬ ਸਿੱਧ ਹੁੰਦੇ ਹਨ। ਇਤਿਆਦਿਕ ਨਿਜ ਮਤ ਕੀ ਬਾਤੈ, ਇਸ ਤਰ੍ਹਾਂ ਉਹਨਾਂ ਨੇ ਆਪਣੇ ਮਤ ਦੀਆਂ ਗੱਲਾਂ ਬਾਤਾਂ ਗੁਰ ਢਿਗ ਓਨ ਮਾਨੀ ਬਖਿਆਤੈ, ਗੁਰੂ ਮਹਾਰਾਜ ਦੇ ਕੋਲ ਉਹਨਾਂ ਨੇ ਭਾਈ ਪ੍ਰਗਟ ਕੀਤੀਆਂ ਹਨ। ਤਾਂ ਪਰ ਸਤਿਗੁਰ ਬਚਨ ਉਚਾਰਾ, ਤਾਂ ਫਿਰ ਮਹਾਰਾਜ ਨੇ ਉਹਨਾਂ ਨੂੰ ਬਚਨ ਕਹੇ। ਅਤੀ ਅਧਮ ਮਤ ਆਹੇ ਤੁਮਾਰਾ, ਮਹਾਰਾਜ ਕਹਿੰਦੇ ਤੁਹਾਡਾ ਮਤ ਜਿਹੜਾ ਹੈ ਇਹ ਅਤੀ ਅਧਮ ਬਹੁਤ ਨੀਚ ਹੈ। ਜੀਵ ਜਿਤਕ ਜਗ ਈਸ਼ ਉਪਾਏ, ਜਿੰਨੇ ਵੀ ਜਗਤ ਦੇ ਵਿੱਚ ਜੀਵ ਹੈ ਸਭ ਈਸ਼ਵਰ ਨੇ ਪੈਦਾ ਕੀਤੇ। ਪਾਏ ਨਿਮਿਤ ਸਭੈ ਮਰ ਜਾਏ, ਤੇ ਦੇਖੋ ਉਹਨਾਂ ਦੇ ਮਰਨ ਦਾ ਕਾਰਨ ਵੀ ਪ੍ਰਮਾਤਮਾ ਨੇ ਪੈਦਾ ਕਰ ਦਿੱਤਾ ਕਿ ਉਹ ਜਿਵੇਂ ਪਰਮੇਸ਼ਰ ਦੀ ਚਲਾਈ ਹੋਈ ਹੈ ਸਾਰੀ। ਪਾਏ ਨਿਮਿਤ ਕਿਸੇ ਕਾਰਨ ਕਰਕੇ ਸਾਰੇ ਮਰ ਜਾਂਦੇ ਹਨ। ਕੁਦਰਤ ਪ੍ਰਤੱਖ ਹਮ ਜਹ ਲਖ ਹੈ, ਇਹ ਕੁਦਰਤ ਦੇ ਵਿੱਚ ਜੋ ਸਾਰੀ ਕੁਦਰਤ ਹੈ ਪ੍ਰਤੱਖ ਆਪਾਂ ਵੇਖ ਰਹੇ ਹਾਂ। ਇੱਕ ਰਖਤ ਜੀਵ ਹੈ ਇੱਕ ਭਖ ਹੈ, ਇੱਕ ਦੇਖੋ ਉਹ ਹੈ ਜਿਹੜੇ ਜੀਵਾਂ ਦੀ ਰੱਖਿਆ ਕਰਦੇ ਹੈ,
ਇੱਕ ਉਹ ਨੇ ਜਿਹੜੇ ਭਾਈ ਜੀਵ ਖਾਂਦੇ ਹਨ, ਜਾਨਵਰ ਜਾਨਵਰਾਂ ਨੂੰ ਖਾ ਜਾਂਦੇ ਆ, ਪੰਛੀ ਪੰਛੀਆਂ ਨੂੰ ਖਾ ਜਾਂਦੇ ਆ। ਇਹ ਸਭ ਕੁਦਰਤ ਦਾ ਵਿਧਾਨ ਹੈ। ਰੱਖੇ ਰਹੇ ਨ ਮਾਰੇ ਮਰ ਹੈ। ਦੇਖੋ ਜੇ ਹੁਣ ਕਿੰਨਾ ਰੱਖਿਆਂ ਤੋਂ ਰਾਬ ਰਹਿੰਦੇ ਨਹੀਂ, ਉਹ ਸਾਰੇ ਮਾਰਿਆਂ ਤੋਂ ਮਰਦੇ ਨਹੀਂ। ਇਹ ਜਿਹੜਾ ਵੀ ਹੈ ਕੁਦਰਤ ਵਿਧਾਨ ਬਣਾਇਆ। ਜੰਗਲ ਦੇ ਵਿੱਚ ਹੈ, ਸ਼ੇਰ ਦੇਖੋ ਜਾਨਵਰਾਂ ਨੂੰ ਮਾਰ ਮਾਰ ਖਾਂਦਾ। ਕਦੇ ਜਾਨਵਰ ਮੁੱਕੇ ਇਸ ਜੰਗਲ ਵਿੱਚ? ਉਦੋਂ ਮੁੱਕੇ ਜਦੋਂ ਬੰਦੇ ਨੇ ਮਾਰਨੇ ਸ਼ੁਰੂ ਕੀਤੇ। ਇਸੇ ਤਰ੍ਹਾਂ ਹੀ ਪੰਛੀ ਹੈ, ਪੰਛੀਆਂ ਨੂੰ ਕਿੰਨੇ ਪੰਛੀ ਮਾਰ ਮਾਰ ਖਾਈ ਜਾਂਦੇ ਆ, ਪਰ ਪੰਛੀ ਦਾ ਮਾਰਿਆ ਪੰਛੀ ਨਹੀਂ ਮੁੱਕਦਾ ਹੈ, ਕਿਉਂਕਿ ਉਹ ਤਾਂ ਉਹਨਾਂ ਦੀ ਖੁਰਾਕ ਹੈ। ਲੇਕਿਨ ਇਹ ਹੈ ਕਿ ਜਦੋਂ ਮਨੁੱਖ ਨੇ ਇਹਨਾਂ ਦੀ ਖੇਡ ਖਤਮ ਕਰਤੀ, ਰਹਿਣ ਬਸੇਰੇ ਖਤਮ ਕਰਤੇ, ਤਾਂ ਭਾਈ ਫਿਰ ਇੱਕ ਮਰ ਗਏ ਜਾਂ ਘਟ ਗਏ ਨੇ। ਇਸ ਕਰਕੇ ਮਹਾਰਾਜ ਕਹਿੰਦੇ ਕਿਸੇ ਦੇ ਰੱਖਿਆਂ ਰਹਿੰਦੇ ਨਹੀਂ, ਮਾਰਿਆਂ ਮਰਦੇ ਨਹੀਂ ਹਨ। ਪਾਪ ਪੁੰਨ ਕਹਿਨਾਵਤ ਕਰ ਹੈ। ਇਸ ਕਰਕੇ ਹੁਣ ਉਹਨਾਂ ਲਈ, ਕਿਉਂਕਿ ਉਹ ਤਾਂ ਵਿਧਾਨ ਹੈ, ਸ਼ੇਰ ਮਾਰਦਾ ਜੀਵਾਂ ਨੂੰ, ਉਹਨੂੰ ਕੋਈ ਪਾਪ ਨਹੀਂ ਲੱਗਦਾ। ਉਹ ਕਾਹਦਾ ਪਾਪ ਹੈ? ਉਹਦੀ ਖੁਰਾਕ ਹੀ ਇਹ। ਇਸ ਕਰਕੇ ਉਹਨਾਂ ਲਈ ਤੇ ਪਾਪ ਪੁੰਨ ਦੀ ਗੱਲ ਐਵੇਂ ਕਹਿਣ ਮਾਤਰ ਕਰਦੇ ਐ। ਜੋ ਕਉ ਜਹ ਬਾਤ ਨਹਿ ਮੰਨੈ। ਤੇ ਜਿਹੜਾ ਕੋਈ ਇਸ ਗੱਲ ਨੂੰ ਨਹੀਂ ਮੰਨਦਾ, ਤੋ ਵਹਿ ਤਜ ਜੀਵ ਅੰਨਦਾਨ। ਤਾਂ ਫਿਰ ਉਹਨੂੰ ਮਹਾਰਾਜ ਕਹਿੰਦੇ ਅੰਨਦਾਣੇ ਵੀ ਛੱਡ ਦੇਣੇ ਚਾਹੀਦੇ ਆ, ਵੀ ਜੀਵ ਹੈ ਈਸ਼ਵਰ ਕਰਮਨ ਫਲ ਦਾਤੋ। ਇਹ ਕਰਮਾਂ ਦਾ ਫਲ ਦੇਣ ਵਾਲਾ ਦਾਤਾ ਈਸ਼ਵਰ ਹੈ। ਜੜ ਕਰਮਨ ਮੈਂ ਗਿਆਨ ਕਹਾ ਤੋ। ਤੇ ਜਿਹੜਾ ਕਰਮ ਹੈ ਇਹ ਜੜ ਰੂਪ ਹੈ, ਇਸ ਕਰਕੇ ਇਹਦੇ ਵਿੱਚ ਗਿਆਨ ਕਿੱਥੋਂ ਆ ਗਿਆ? ਜਗ ਉਤਪਤ ਥਿਤ ਲੈ ਜੋ ਕਰ ਹੈ। ਜਿਹੜਾ ਜਗਤ ਨੂੰ ਪੈਦਾ ਕਰਦਾ ਹੈ, ਥਿਤ ਪਾਲਦਾ ਹੈ, ਲੈ ਲੈਤਾ ਕਰਦਾ ਹੈ, ਈਸ਼ਵਰ ਵਹੀ ਮਾਨਨੋ ਪਰ ਹੈ। ਮਹਾਰਾਜ ਕਹਿੰਦੇ ਭਾਈ ਉਸੇ ਨੂੰ ਈਸ਼ਵਰ ਮੰਨ ਲਓ, ਉਹ ਹੈ ਪ੍ਰਮਾਤਮਾ। ਵਿਸ਼ਵ ਚਰਾਚਰ ਕਾ ਸਰਦਾਰੂ। ਉਹ ਸਾਰੀ ਸ੍ਰਿਸ਼ਟੀ ਦੇ ਉੱਤੇ ਜਿਤਨੇ ਵੀ ਚਰਾਚਰ ਚੇਤਨ ਔਰ ਜੜ ਜੀਵ ਹਨ, ਸਾਰਿਆਂ ਦਾ ਸਰਦਾਰ ਹੈ। ਮਾਨੁਖ ਕੋ ਦੀਨੀ ਕਰਤਾਰੂ। ਇਹ ਆਮ ਕੁਦਰਤ ਦੇ ਵਿੱਚ, ਜੀਆ ਜਨਤਾ ਦੇ ਵਿੱਚ, ਜੜ ਚੇਤਨ ਦੇ ਵਿੱਚ, ਸੰਸਾਰ ਵਿੱਚ ਸਰਦਾਰੂ ਹਾਂ। ਇਹ ਜਿਹੜੀ ਸਰਦਾਰੀ ਹੈ ਮਾਨੁਖ ਕੋ ਦੀਨੀ, ਮਨੁੱਖ ਨੂੰ ਦਿੱਤੀ। ਕਰਤਾਰੂ, ਕਰਤਾਰ ਅਕਾਲ ਪੁਰਖ ਨੇ। ਐਸੀ ਉਤਮ ਦੇਹੀ ਪਾਏ। ਐਸੀ ਮਹਾਰਾਜ ਕਹਿੰਦੇ ਸੋਹਣੀ ਸੁੰਦਰ ਉਤਮ ਮਨੁੱਖਾ ਦੇਹੀ ਪਾ ਕੇ, ਮੈਲੇ ਰਹਿਨ ਅਗਿਆਨ ਮਹਾਏ। ਤੇ ਮੈਲੇ ਰਹਿਣਾ ਇਹ ਤਾਂ ਬਹੁਤ ਵੱਡੀ ਅਗਿਆਨਤਾ ਹੈ। ਮੁਕਤ ਤੁਮਾਰੀ ਹਾਸੀ ਲਾਇਕ। ਤੇ ਜਿਹੜੀ ਤੁਸੀਂ ਆਪਣੇ ਮੁਤਾਬਕ ਮੁਕਤੀ ਦੱਸਦੇ ਹੋ, ਉਹ ਵੀ ਮਹਾਰਾਜ ਕਹਿੰਦੇ ਐਵੇਂ ਮਖੌਲ ਹੀ ਹੈ, ਇੱਕ ਹੱਸਣ ਵਾਲੀ ਗੱਲ ਹੀ ਹੈ। ਜਲ ਮਰਨੋ ਜਹ ਹੈ ਦੁਖਦਾਇਕ। ਕਿ ਜਿਹੜਾ ਜਲ ਮਰਨਾ, ਕਿ ਤੁਸੀਂ ਕਹਿੰਦੇ ਹੋ ਉੱਥੇ ਪਾ ਦਿੰਦੇ ਨੇ, ਫਿਰ ਉਹ ਜਲ ਜਾਂਦਾ ਹੈ, ਇਹ ਵੀ ਤਾਂ ਦੁਖਦਾਈ ਗੱਲ ਹੈ। ਮੋਚਨ ਸੋ ਸਿਰ ਨੋਚਨ ਕਰਨਾ। ਮੋਚਨੇ ਦੇ ਨਾਲ ਸਿਰ ਦੇ ਵਾਲਾਂ ਨੂੰ ਨੋਚਣਾ ਪੁੱਟਣਾ। ਵਰਤ ਰਾਖ ਬਹੁ ਭੁੱਖੇ ਮਰਨਾ। ਫਿਰ ਮਹਾਰਾਜ ਕਹਿੰਦੇ ਵਰਤ ਰੱਖਦੇ ਹੋ ਤੇ ਬਹੁਤਾ ਭੁੱਖਾ ਮਰ ਰਹੇ ਹੋ। ਮਲ ਮੂਤਰ ਸੋ ਭਰਨੇ ਹੱਥਾ। ਮਲ ਮੂਤਰ ਆਪਣੀ ਗੰਦਗੀ ਨੂੰ ਹੱਥਾਂ ਨਾਲ ਫਰੋਲਦੇ ਹੋ, ਹੱਥ ਭਰਦੇ ਹੋ। ਨਾਹੇ ਬਰਤਨੋ ਨੀਕੋ ਪਾਥਾ। ਤੇ ਫਿਰ ਜਿਹੜਾ ਚੰਗਾ ਸਾਫ਼ ਸੁਥਰਾ ਜਲ ਹੈ ਉਹ ਤੁਸੀਂ ਵਰਤਦੇ ਨਹੀਂ। ਹੈ ਜਹ ਰੀਤ ਪਰਿਤਨ ਕੇਰੀ। ਦੇਖੋ ਮਹਾਰਾਜ ਦੇ ਸਪਸ਼ਟ ਬਚਨ। ਮਹਾਰਾਜ ਜੀ ਕਹਿੰਦੇ ਇਹ ਤਾਂ ਭਾਈ ਪ੍ਰੇਤਾਂ ਵਾਲੀ ਰੀਤੀ ਹੈ, ਪ੍ਰੇਤਾਂ ਵਾਲੇ ਕੰਮ ਹਨ। ਮੈਲ ਕੁਚੈਲੇ ਰਹਿਣ ਬਧੇਰੀ। ਜਿਹੜੇ ਬਹੁਤਾ ਮੈਲਾ ਕੁਚੈਲਾ ਰਹਿੰਦੇ ਹੋ। ਇਤਿਆਦਿਕ ਜੋ ਕਿਰਿਆ ਤੁਮਾਰੀ। ਇਸ ਤਰ੍ਹਾਂ ਦੀ ਮਹਾਰਾਜ ਕਹਿੰਦੇ ਜਿਹੜੀ ਤੁਹਾਡੀ ਕਿਰਿਆ ਹੈ, ਜਿਹੇ ਪਿਖ ਹੋਤ ਗਿਲਾਨੀ ਭਾਰੀ। ਜਿਹਨੂੰ ਵੇਖ ਕੇ ਤਾਂ ਬਹੁਤ ਗਿਲਾਨੀ ਜੀ ਹੁੰਦੀ ਹੈ। ਛੋਰ ਸਭੀ ਹਰ ਭਗਤ ਗਹੀ ਜੈ। ਇਸ ਕਰਕੇ ਮਹਾਰਾਜ ਕਹਿੰਦੇ ਆਪਣੇ ਕਰਮ ਸਾਰੇ ਛੱਡ ਕਰਕੇ ਜਿਹੜੇ ਤੁਸੀਂ ਕਰਦੇ ਹੋ, ਵਾਹਿਗੁਰੂ ਪਰਮੇਸ਼ਰ ਹਰੀ ਦੀ ਭਗਤੀ ਕਰੋ।
उत्तम खावन पीवन कीजै। सोहनी सुंदर खुराक खाना पीना करो। ब्रह्म ज्ञानी संतन केरी, ਜਿਹੜੇ ਬ੍ਰਹਮ ਗਿਆਨੀ ਸੰਤ ਹਨ ਉਹਨਾਂ ਦੀ ਸੰਗਤ ਕਰ ਕਾਟੋ ਭਵ ਬੇਰੀ। ਸੰਗਤ ਕਰਿਆ ਕਰੋ ਭਾਈ ਤੇ ਭੌਜਲ ਦੀਆਂ ਬੇੜੀਆਂ ਨੂੰ ਕੱਟ ਲੋ, ਜਿਹੜੀਆਂ ਜੰਮਣ ਮਰਨ ਦੀਆਂ ਬੇੜੀਆਂ ਹਨ। ਸੁਨ ਗੁਰ ਬਚਨ ਭਰੇ ਉਪਕਾਰੇ। ਇਹ ਪਰਉਪਕਾਰ ਨਾਲ ਭਰੇ ਹੋਏ ਗੁਰੂ ਮਹਾਰਾਜ ਦੇ ਬਚਨ ਸੁਣ ਕਰਕੇ ਮੈਤਰੀ ਮੁੱਦਤਾ ਕਰੁਣਾ ਵਾਰੇ। ਜਿਹੜੇ ਭਾਈ ਕਰੁਣਾ ਮੁੱਦਤਾ ਮੈਤਰੀ ਉਪੇਖਿਆ ਇਹਨਾਂ ਦੇ ਨਾਲ ਹਨ, ਇਹਨਾਂ ਵਾਲੇ ਐਸੇ ਬਚਨ ਪਰੇ ਸ਼ਰਨ ਜੈਨੀ ਤਬ ਆਏ। ਇਹ ਬਚਨ ਸੁਣ ਕੇ ਮੈਤਰੀ ਹੈ, ਮਿੱਤਰਤਾ ਭਾਵ ਵਾਲੇ ਬਚਨ, ਮੁੱਦਤਾ ਪ੍ਰੇਮ ਵਾਲੇ, ਕਰੁਣਾ ਹੈਗੇ ਜਿਹੜੇ ਕਿਰਪਾ ਵਾਲੇ ਹੈ, ਤੇ ਉਪੇਖਿਆ ਗਿਆਨ ਵਾਲੇ। ਇਸ ਤਰ੍ਹਾਂ ਦੇ ਉਪੇਖ ਜਿਹੜੇ 4 ਗੁਣ ਹੁੰਦੇ ਆ ਬਚਨ ਵਿੱਚ, ਉਹ ਸਾਰੇ ਜੈਨੀ ਸੁਣ ਕੇ ਸ਼ਰਨ ਪੈ ਗਏ। ਸਤਿਨਾਮ ਗੁਰ ਮੰਤਰ ਸੁਨਾਏ। ਤਾਂ ਮਹਾਰਾਜ ਨੇ ਭਾਈ ਪਰਮੇਸ਼ਰ ਦਾ ਨਾਮ ਫਿਰ ਗੁਰਮੰਤਰ ਵਾਹਿਗੁਰੂ ਸੁਣਾਇਆ। ਦੋਹਰਾ ਤਾਰਤ ਮਗ ਜੋ ਜਨਨ ਬਹੁ ਆਏ ਪੁਨਾ ਗਿਰਨਾਰ। ਇਥੋਂ ਮਹਾਰਾਜ ਚੱਲੇ ਹੋਰ ਰਸਤੇ ਵਿੱਚ 4 ਬੇਅੰਤ ਲੋਕਾਂ ਨੂੰ ਤਾਰਦੇ ਗਿਰਨਾਰ ਪਹਾੜ ਪਰਬਤ ਤੇ ਆ ਗਏ। ਜੂਨਾ ਗੜ ਮੈਂ ਮਿਲਿਓ ਤਬ ਨਰਸੀ ਭਗਤ ਉਦਾਰ। ਤੇ ਮਹਾਰਾਜ ਜੂਨਾ ਗੜ ਦੇ ਵਿੱਚ ਆਏ। ਇਹ ਗੱਲ ਪਹਿਲਾਂ ਵੀ ਆਪਾਂ ਸੰਖੇਪ ਜੀ ਆ ਗਈ ਸੀ ਕਿ ਜੂਨਾ ਗੜ ਦੇ ਵਿੱਚ ਉਸ ਸਮੇਂ ਫਿਰ ਨਰਸੀ ਭਗਤ, ਨਾਗਰ ਜਾਤੀ ਦਾ ਬ੍ਰਾਹਮਣ ਨਰਸੀ ਭਗਤ, ਤੇ ਉਹਦਾ ਗੁਰਮੁਖੋ ਜਿਹੜਾ ਜਨਮ ਹੈ ਉਹ 1507 ਬਿਕਰਮੀ ਚ ਹੋਇਆ। ਇਸੇ ਦੀ ਹੁੰਡੀ ਸਾਵਲ ਸ਼ਾਹ ਨੇ ਦਵਾਰਕਾ ਚ ਤਾਰੀ ਸੀ। ਉਹ ਨਰਸੀ ਭਗਤ ਜਿਹੜਾ ਹੈ ਮਹਾਨ ਭਗਤ ਸੀ, ਗੁਰੂ ਪਾਤਸ਼ਾਹ ਨੂੰ ਮਿਲਿਆ ਹੈ। ਹਰ ਚਰਚਾ ਕਰ ਤਹਾਂ ਤੈ ਚੜੇ ਗਿਰੀ ਪਰ ਜਾਏ। ਇਸ ਤਰ੍ਹਾਂ ਹਰੀ ਦੀ ਚਰਚਾ ਉੱਥੇ ਹੋਈ। ਫਿਰ ਭਾਈ ਗੁਰੂ ਮਹਾਰਾਜ ਗਿਰੀ ਪਹਾੜ ਪਰ ਜਾ ਚੜੇ ਹਨ। ਗਿਰਨਾਰੀ ਲੋ ਸਿੱਧ ਸਭ ਮਿਲੇ ਗੁਰੂ ਸੋ ਆਏ। ਫਿਰ ਗਿਰਨਾਰੀ ਇਤਿਆਦਿਕ ਹੋਰ ਜਿਤਨੇ ਸਿੱਧ ਨੇ ਗੁਰੂ ਮਹਾਰਾਜ ਨੂੰ ਮਿਲੇ ਹਨ। ਗੋਸ਼ਟ ਕਰ ਅਰ ਸ਼ਬਦ ਸੁਨ ਭਏ ਮੋਦ ਸਭ ਸੰਤ। ਗੁਰੂ ਪਾਤਸ਼ਾਹ ਮਹਾਰਾਜ ਨਾਲ ਗੋਸ਼ਟੀ ਵਿਚਾਰ ਕੀਤੀ, ਸ਼ਬਦ ਸੁਣਿਆ। ਸਾਰੇ ਸੰਤ ਬਹੁਤ ਆਨੰਦ ਵਿੱਚ ਹੋਏ। ਆਏ ਪੁਨ ਪ੍ਰਭਾਸ ਮੈਂ ਤਾਰੇ ਲੋਕ ਅਨੰਤ। ਫਿਰ ਸਤਿਗੁਰੂ ਪਾਤਸ਼ਾਹ ਮਹਾਰਾਜ ਜੀ ਪ੍ਰਭਾਸ ਤੀਰਥ ਆਏ। ਦੱਖਣ ਦੇ ਵਿੱਚ ਆ ਦਵਾਰਾਵਤੀ ਇੱਕ ਸਥਾਨ ਹੈ ਜਿਹਦਾ ਨਾਮ ਸੋਮ ਤੀਰਥ ਵੀ ਹੈ। ਜਾਦਵਾਂ ਦੀ ਕੁਲ ਕ੍ਰਿਸ਼ਨ ਜੀ ਦੇ ਸਮੇਤ ਇੱਥੇ ਸਮਾਪਤੀ ਹੋਈ ਸੀ। ਉੱਥੇ ਲੋਕਾਂ ਨੂੰ ਤਾਰਿਆ। ਚੌਪਈ ਮਾਨੋ ਤੀਨ ਦੇਵ ਤਨ ਧਰੇ। ਮਾਨੋ ਕਿ ਜਿਹੜੇ ਤਿੰਨੇ ਹੀ ਦੇਵਤਿਆਂ ਨੇ ਰਲ ਕੇ ਤਨ ਧਾਰਿਆ। ਬਿਹਰਤ ਧਰਨੀ ਮੋਦੈ ਭਰੇ। ਇਸ ਤਰ੍ਹਾਂ ਧਰਤੀ ਤੇ ਖੁਸ਼ੀ ਆਨੰਦ ਨਾਲ ਵਿਚਰ ਰਹੇ ਹਨ। ਕੈ ਤ੍ਰਈ ਵੇਦ ਤੀਨ ਪ੍ਰਸਥਨ। ਜਾਂ ਇੱਕ ਇਹ 3 ਵੇਦ ਜਿਹੜੇ ਹਨ ਉਹ ਤਿੰਨੇ ਸਰੂਪ ਧਾਰ ਕੇ ਚੱਲ ਰਹੇ ਹਨ। ਭਾਈ ਮਰਦਾਨਾ ਭਾਈ ਬਾਲਾ ਨਾਲ ਹੈ ਮਹਾਰਾਜ ਦੇ। ਕੈ ਤੀਨੋ ਗੁਣ ਕਾਲ ਮਹਾਨ। ਜਾਂ ਭਾਈ 3 ਮਹਾਨ ਸਮੇਂ ਹਨ, ਤਿੰਨੋਂ ਗੁਣ ਨੇ। ਇਹ ਜਾਣ ਲਓ ਭੂਤ ਭਵਿੱਖ ਵਰਤਮਾਨ ਤੇ ਕਾਲ ਮਹਾਨਾ। ਇਸ ਤਰ੍ਹਾਂ ਤਿੰਨੇ ਮਹਾਰਾਜ ਦੇ ਨਾਲ 2 ਜਾਣੇ। ਜਾਤ ਜਹਾਂ ਪਗ ਧਰ ਜਲ ਜਾਤਾ। ਜਿੱਥੇ ਸਤਿਗੁਰੂ ਸੱਚੇ ਪਾਤਸ਼ਾਹ ਜੀ ਆਪਣੇ ਪਵਿੱਤਰ ਜਾਂਦੇ ਹੋਏ ਚਰਨ ਧਰ ਦਿੰਦੇ ਐ। ਕਰੇ ਅਗਿਆਨ ਮੋਹ ਮਦ ਘਾਤਾ। ਤੇ ਉੱਥੇ ਸਤਿਗੁਰੂ ਜੀ ਅਗਿਆਨਤਾ ਮੋਹ ਮਦ ਦਾ ਨਾਸ਼ ਕਰ ਦਿੰਦੇ ਐ। ਸੋਮਨਾਥ ਸ਼ਿਵ ਕੋ ਪੇਖਿਆਏ।
फिर सोमनाथ शिव बंदर है, ਉਹਨੂੰ ਵੇਖ ਆਏ। ਪੁਰੀ ਸੁਦਾਮਾ ਜਨ ਮੁਦ ਦਾਏ। ਇਹ ਸੁਦਾਮਾਪੁਰੀ ਜਿਹਦਾ ਨਾਂ ਹੁਣ ਗੁਰਮੁਖੋ ਪੋਰਬੰਦਰ ਹੈ, ਉੱਥੇ ਸਤਿਗੁਰੂ ਪਾਤਸ਼ਾਹ ਨੇ ਕਿਰਪਾ ਕੀਤੀ ਹੈ। ਦਵਾਰਾਵਤੀ ਗੋਮਤੀ ਤੀਰੇ, ਗੋਮਤੀ ਤਲਾਈ ਹੈ, ਉਹਦੇ ਕਿਨਾਰੇ ਦਵਾਰਾਵਤੀ ਸ਼ਹਿਰ ਹੈ ਜਿਹਨੂੰ ਦਵਾਰਕਾ ਆਖਦੇ ਹਨ। ਉਸ ਕੰਡੇ ਤੇਰੇ ਘੋਖ ਜਹ ਸਿੰਧ ਗੰਭੀਰੇ, ਜਿੱਥੇ ਡੂੰਘੇ ਸਮੁੰਦਰ ਦੀ ਧੁਨੀ ਜਿਹੜੀ ਹੈ ਹੁੰਦੀ ਰਹਿੰਦੀ ਉੱਚੀ ਆਵਾਜ਼ ਵਿੱਚ, ਉੱਥੇ ਉਸ ਜਗ੍ਹਾ ਟਿਕੇ। ਪੇਖ ਸ਼ਾਰਦਾ ਮੱਠ ਠੱਠ ਚਰਚਾ, ਫਿਰ ਮਹਾਰਾਜ ਨੇ ਸ਼ਾਰਦਾ ਜਗ੍ਹਾ ਦੇਖੀ, ਮੱਠ ਠੱਠ, ਉੱਥੇ ਚਰਚਾ ਕਰਕੇ ਕਰੇ ਲੋਗ ਹਰ ਭਗਤ ਸਪਰਚਾ। ਗਰੀਬ ਨਵਾਜ ਪਾਤਸ਼ਾਹ ਨੇ ਸਾਰੇ ਲੋਕਾਂ ਨੂੰ ਹਰੀ ਦੀ ਭਗਤੀ ਵੱਲ ਲਾਇਆ, ਸਪਰਚਾ ਸਹਿਤ ਪਰਚੇ ਸਮੇਤ। ਭੇਟ ਦਵਾਰਕਾ ਮੰਦਰ ਘਨੇ, ਫਿਰ ਮਹਾਰਾਜ ਜੀ ਦਵਾਰਕਾ ਭੇਟ ਮੰਦਰ ਜਿੱਥੇ ਬੇਅੰਤ ਹਨ, ਬੈਰਾਗੀ ਦਿਜ ਚੇਲੇ ਬਣੇ, ਜਿੱਥੇ ਅਨੇਕਾਂ ਬੈਰਾਗੀ ਅਨੇਕਾਂ ਪੰਡਤ ਮਹਾਰਾਜ ਦੇ ਸਿੱਖ ਬਣੇ, ਸਿੱਖ ਬਣੇ, ਚੇਲੇ ਬਣੇ। ਮਸ਼ਕਾ ਮੰਡੀ ਭੁਜ ਰਾਜਧਾਨੀ, ਫਿਰ ਭਾਈ ਮਸ਼ਕਾ ਮੰਡੀ ਭੁਜ ਰਾਜਧਾਨੀ, ਭੁਜ ਸ਼ਹਿਰ ਹੈ, ਉਸ ਇਲਾਕੇ ਦੀ ਰਾਜਧਾਨੀ ਸੀ। ਹੇਰਤ ਟੇਰਤ ਗੁਰ ਬਹੁਬਾਨੀ, ਗੁਰੂ ਪਾਤਸ਼ਾਹ ਮਹਾਰਾਜ ਸਭ ਜਗ੍ਹਾ ਨੂੰ ਵੇਖਦੇ ਘੁੰਮਦੇ, ਬਹੁਤ ਜਗ੍ਹਾ ਸਤਿਗੁਰੂ ਪਾਤਸ਼ਾਹ ਉਪਦੇਸ਼ ਦਿੰਦੇ। ਨਾਰਾਇਣ ਸਰ ਪਰ ਪਗ ਧਾਰੇ, ਫਿਰ ਮਹਾਰਾਜ ਜੀ ਨਾਰਾਇਣ ਸਰ, ਨਰਾਇਣ ਸਰ ਤੇ ਚਰਨ ਮਹਾਰਾਜ ਨੇ ਪਾਏ। ਜਹਾਂ ਕਾਪੜੀ ਭੇਖ ਪਾਰੇ, ਜਿੱਥੇ ਕਾਪੜੀ ਭੇਖ ਦੇ ਲੋਕ ਰਹਿੰਦੇ ਸਨ, ਜੋ ਪਹਿਲਾਂ ਵੀ ਆ ਗਈ ਗੱਲ। ਨਰ ਨਾਰਾਇਣੀ ਦੇ ਹੱਦ ਗਾਵਤ, ਭਿਖ ਮਰਦਾਨੋ ਹੋਏ ਹੈਰਾਨੋ, ਕਹਿਓ ਜੋਗ ਸਿਰਾਏ ਠਾਨੋ। ਸਤਿਗੁਰੂ ਪਾਤਸ਼ਾਹ ਮਹਾਰਾਜ ਉੱਥੇ ਪਹੁੰਚੇ। ਤਿੰਨ ਤੈ ਮਾਰਗ ਬਾਮ ਤਜੈ ਕੈ, ਤੇ ਉਹਨਾਂ ਤੋਂ ਬਾਮ ਮਾਰਗ ਨੂੰ ਤਜਾ ਕਰਕੇ, ਇਹ ਕੀਨਾਰਾਮ ਬਾਮ ਮਾਰਗੀ ਦਾ ਚਲਾਇਆ ਹੋਇਆ ਪੰਥ ਹੈ। ਇਹ ਐਸੇ ਨੇ ਜਿਹੜੇ ਮਾਸ ਸ਼ਰਾਬ ਤੋਂ ਬਗੈਰ ਮਲ ਮੂਤਰ ਵੀ ਖਾ ਜਾਂਦੇ ਆ। ਇਹ ਧਰਮ ਦਾ ਅੰਗ ਮੰਨਦੇ ਨੇ, ਮੁਰਦੇ ਦੀ ਖੋਪਰੀ ਵਿੱਚ ਖਾਣੇ ਪੀਣੇ ਨੂੰ ਵੀ ਪਵਿੱਤਰ ਮੰਨਦੇ ਆ। ਇਹੋ ਜਿਹਾ ਕੁਝ ਵੀ ਹਿੰਦੁਸਤਾਨ ਦੀ ਧਰਤੀ ਤੇ ਰਿਹਾ ਹੈ। ਉਹਨਾਂ ਨੂੰ ਸਤਿਗੁਰੂ ਪਾਤਸ਼ਾਹ ਮਹਾਰਾਜ ਨੇ ਇਹੋ ਜਿਹਾ ਕੁਝ ਛੁਡਾ ਕਰਕੇ ਹਰ ਭਗਤੀ ਨੇਕੀ ਦ੍ਰਿੜ ਹੈ ਕੈ, ਹਰੀ ਦੀ ਭਗਤੀ ਚੰਗੀ ਤਰ੍ਹਾਂ ਦ੍ਰਿੜ ਕਰਵਾਈ। ਕੱਛ ਦੇਸ਼ ਹਰ ਭਗਤ ਬਸੇਸ਼ੂ, ਜਿਹੜਾ ਕੱਛ ਦੇਸ਼ ਹੈ ਉੱਥੇ ਵੀ ਮਹਾਰਾਜ ਦੀ ਹਰੀ ਭਗਤੀ ਵਿਸ਼ੇਸ਼ ਤੌਰ ਤੇ ਫੈਲੀ। ਸਿਸ ਕਾਪੜਿਓ ਕਰੇ ਅਸੇਸੂ, ਜਿਹੜੇ ਪਹਿਲਾਂ ਕਾਪੜੀਆਂ ਦੇ ਚੇਲੇ ਸੀ ਉਹ ਮਹਾਰਾਜ ਨੇ ਆਪਣੇ ਸਿੱਖ ਕੀਤੇ ਵਿਸ਼ੇਸ਼ ਤੌਰ ਤੇ। ਧਰਣੀ ਧਰ ਕੀ ਝਾੜੀ ਮਾਹੀ, ਫਿਰ ਧਰਣੀ ਧਰ ਕੀ ਝਾੜੀਆਂ, ਧਰਤੀ ਔਰ ਝਾੜੀਆਂ ਇਤਿਆਦਿਕ। ਮਿਲੇ ਅਘੋਰੀ ਭੀਲ ਮਹਾਹੀ, ਜਿੱਥੇ ਅਘੋਰੀ ਮਿਲੇ ਬਾਮ ਮਾਰਗੀ ਸਾਧੂ, ਭੀਲ ਮਿਲੇ ਜੰਗਲੀ ਅਸਭਿਆ ਜਾਤੀ ਦੇ ਲੋਕ। ਜੋ ਨਰ ਕੋ ਭੁਨ ਤੁਰ ਤੈ ਖੈ, ਜਿਹੜੇ ਭਾਈ ਕੋਈ ਬੰਦੇ ਨੂੰ ਵੇਖਦੇ ਤੁਰੰਤ ਖਾ ਜਾਂਦੇ। ਮਹਾ ਭਿਆਨਕ ਪਿਖੇ ਨ ਜੈ ਹੈ, ਇੰਨੇ ਭਿਆਨਕ ਹੈ ਕਿ ਵੇਖੇ ਨਹੀਂ ਜਾਂਦੇ ਹਨ। ਮਨ ਤਨ ਦੀਏ ਗੁਰ ਪਗ ਪਰਵਾਰੇ, ਉਹਨਾਂ ਨੇ ਵੀ ਦੇਖੋ ਗੁਰੂ ਸਾਹਿਬ ਜੀ ਸੁਣ ਕੇ ਸ਼ਬਦ ਭਏ ਮਤਵਾਰੇ, ਉਹ ਵੀ ਸ਼ਬਦ ਸੁਣ ਕੇ ਭਾਈ ਮਸਤ ਹੋ ਗਏ। ਮਨ ਤਨ ਦੀਏ ਗੁਰ ਪਗ ਪਰਵਾਰੇ, ਆਪਣਾ ਤਨ ਮਨ ਗੁਰੂ ਦੇ ਚਰਨਾਂ ਤੋਂ ਵਾਰ ਦਿੱਤਾ। ਦਿਵ ਫੂਲ ਫਲ ਮੂਲ ਅਪਾਰੇ, ਫਿਰ ਦੇਖੋ ਜਿੱਥੇ ਭਾਈ ਜੰਗਲੀ ਫਲ ਫਲ ਫੁੱਲ ਬੇਅੰਤ ਮੂਲ ਇਤਿਆਦਿਕ। ਸੁਦਾ ਸਮਾਨ ਸਵਾਦ ਜਿਨ ਭਾਰੇ, ਜਿਹੜੇ ਅੰਮ੍ਰਿਤ ਵਰਗਾ ਸਵਾਦ ਹੈ, ਬਹੁਤ ਹੀ ਸੋਹਣੇ ਸੁੰਦਰ ਫਲ। ਧਰੇ ਉਪਾਇਨ ਪਾਇਨ ਆਗੇ, ਉਹ ਭੇਟਾ ਰੂਪ ਦੇ ਵਿੱਚ ਲਿਆ ਕੇ ਗੁਰੂ ਪਾਤਸ਼ਾਹ ਦੇ ਚਰਨੀ ਰੱਖੇ।
ਗੁਰ ਚਰਨਨ ਮੈਂ ਅਤਿ ਅਨੁਰਾਗੇ। ਗੁਰੂ ਚਰਨਾਂ ਦੇ ਵਿੱਚ ਬਹੁਤ ਪ੍ਰੇਮ ਨਾਲ ਬੈਠ ਗਏ। ਗਾਵੇ ਨਾਚੈ ਬਾਦ ਬਜਾਵੇ, ਜਿਹੜੇ ਗਾਉਂਦੇ ਨੱਚਦੇ ਐ ਬਾਜੇ ਵਜਾਉਂਦੇ। ਭਿਖ ਗੁਰ ਮੋਦ ਪ੍ਰਮੋਦ ਬਢਾਵੇ, ਗੁਰੂ ਸਾਹਿਬ ਦੇ ਦਰਸ਼ਨ ਕਰਦੇ ਆ, ਬਹੁਤ ਆਨੰਦ ਖੁਸ਼ੀਆਂ ਵਧਾਉਂਦੇ ਹਨ। ਤਰਈ ਦੇਵ ਉਨ ਕੋ ਨ ਮਾਨਾ, ਤੇ ਉਹਨਾਂ ਨੇ ਤਾਂ ਮਹਾਰਾਜ ਨੂੰ ਤ੍ਰੈ ਦੇਵ ਰੂਪ ਵਿੱਚ ਵੀ, ਇਹ ਤਾਂ ਸਾਡੇ ਲਈ ਤਾਂ ਤਿੰਨੇ ਹੀ ਪ੍ਰਮੁੱਖ ਦੇਵਤੇ ਆ ਗਏ ਉਹ ਮੰਨਿਆ। ਖੁੱਲੇ ਕਪਾਟ ਭਇਓ ਦ੍ਰਿੜ ਗਿਆਨਾ, ਸਤਿਗੁਰਾਂ ਨੇ ਕਿਰਪਾ ਕੀਤੀ, ਉਹਨਾਂ ਦੇ ਕਪਾਟ ਖੁੱਲ ਗਏ, ਦ੍ਰਿੜ ਗਿਆਨ ਦ੍ਰਿੜ ਕਰ ਹੋਇਆ। ਪੁਨ ਪੁਨ ਗੁਰ ਪਦ ਰਜ ਸਿਰ ਧਰਹੀ, ਉਹ ਲੋਕ ਬਾਰ-ਬਾਰ ਗੁਰੂ ਸਾਹਿਬ ਦੇ ਚਰਨਾਂ ਦੀ ਧੂੜੀ ਜਿਹੜੀ ਹੈ ਉਹ ਆਪਣੇ ਸਿਰ ਤੇ ਧਰਦੇ ਹਨ। ਭੂਰ ਭਾਗ ਨਿਜ ਬਰਨਨ ਕਰਹੀ, ਇਹ ਜਪ ਕਹਿ ਰਹੇ ਨੇ ਕਿ ਸਾਡੇ ਬਹੁਤ ਵੱਡੇ ਭਾਗ ਹਨ। ਇਕ ਟਕ ਹੀਰ ਰੂਪ ਰਸ ਘੂਟੈ, ਇੱਕ ਟਕ ਮਹਾਰਾਜ ਨੂੰ ਦੇਖਦੇ ਨੇ, ਸਤਿਗੁਰਾਂ ਦੇ ਸਰੂਪ ਦੇ ਰਸ ਨੂੰ ਇੱਕ ਜਾਣੋ ਕਿ ਜਿਵੇਂ ਘੁੱਟਾਂ ਭਰਦੇ ਹਨ। ਜਨਮਦਾਰ ਦੀ ਜਨ ਨਿਧ ਲੂਟੈ, ਜਿਵੇਂ ਕੋਈ ਜਨਮ ਦਾ ਦਰਿਦਰੀ ਹੈ ਤੇ ਉਹਨੂੰ ਖਜ਼ਾਨਾ ਮਿਲ ਜੇ, ਉਹ ਲੁੱਟ ਰਿਹਾ ਹੋਵੇ। ਦੈ ਉਪਦੇਸ਼ ਬੇਸ ਤਿਨ ਤਾਈ, ਉਹਨਾਂ ਤਾਈ ਭਾਈ ਬੇਸ ਸ੍ਰੇਸ਼ਟ ਬੇਸ ਮਹਾਨ ਉਪਦੇਸ਼ ਦੇ ਕਰਕੇ। ਚੱਲੇ ਗੁਰੂ ਤਹਿ ਤੈ ਅਗਵਾਈ, ਉਥੋਂ ਸਤਿਗੁਰੂ ਜੀ ਭਾਈ ਅੱਗੇ ਚੱਲ ਪਏ ਹਨ। ਅਮਰ ਕੋਟ ਲਓ ਨਗਰ ਅਪਾਰੇ, ਫਿਰ ਅਮਰਕੋਟ ਤੇ ਆਦਿਕ ਹੋਰ ਬੇਅੰਤ ਨਗਰ ਜਿਹੜੇ ਹਨ। ਪੇਖ ਆਏ ਮੁਲਤਾਨ ਮਝਾਰੇ, ਤੇ ਸਤਿਗੁਰੂ ਪਾਤਸ਼ਾਹ ਮਹਾਰਾਜ ਜੀ ਇਹ ਕੁਝ ਪੇਖ ਕੇ ਸਾਰੀਆਂ ਜਗ੍ਹਾ ਮਹਾਰਾਜ ਹੁਣ ਮੁਲਤਾਨ ਵਿੱਚ ਪਹੁੰਚੇ ਹਨ। ਦੋਹਰਾ ਸੁਨ ਕਰ ਆਵਨ ਗੁਰੂ ਕਾ, ਜੇਤਕ ਪੀਰ ਫਕੀਰ। ਜਦੋਂ ਮਹਾਰਾਜ ਜੀ ਦਾ ਆਉਣਾ ਸੁਣਿਆ, ਜਿੰਨੇ ਵੀ ਮੁਲਤਾਨ ਦੇ ਪੀਰ ਫਕੀਰ ਸਨ, ਥੇ ਤਹਿ ਸਭ ਨੇ ਮਿਲ ਕਰੀ, ਜਾ ਬਿਦ ਪੁਨ ਤਤਬੀਰ। ਜਿੰਨੇ ਉੱਥੇ ਸੀ ਸਾਰਿਆਂ ਨੇ ਮਿਲ ਕੇ ਵਿਚਾਰ ਕੀਤੀ ਤੇ ਇੱਕ ਜੁਗਤੀ ਬਣਾਈ। ਇਹ ਹੋ ਗਿਆ ਕਿ ਜੇ ਇਹ ਮਹਾਰਾਜ ਇੱਥੇ ਟਿਕ ਗਏ, ਕਿਉਂਕਿ ਮਹਿਮਾ ਤਾਂ ਬਹੁਤ ਫੈਲ ਗਈ ਸੀ ਮਹਾਰਾਜ ਦੀ ਉਸ ਸਮੇਂ ਤੱਕ, ਉਹਨਾਂ ਨੂੰ ਇਹ ਸੀ ਵੀ ਸਾਡੀ ਫਿਰ ਸਾਨੂੰ ਪੀਰ ਫਕੀਰ ਕੌਣ ਮੰਨੂਗਾ, ਸਾਡੀ ਉਨੀ ਚੜ੍ਹਦੀ ਕਲਾ ਨਹੀਂ ਰਹਿਣੀ, ਇਹਨਾਂ ਅੱਗੇ ਲੋਕ ਝੁਕਣਗੇ। ਇੱਕ ਉਹਨਾਂ ਨੇ ਜੁਗਤੀ ਬਣਾਈ। ਪਿਆਲਾ ਭਰ ਇੱਕ ਆਬ ਕਾ, ਪਠਿਓ ਗੁਰੂ ਕੇ ਪਾਸ। ਤਾਂ ਉਹਨਾਂ ਨੇ ਕੀ ਕੀਤਾ, ਪਾਣੀ ਦਾ ਇੱਕ ਭਾਈ ਗੁਰਦਾਸ ਜੀ ਨੇ ਦੁੱਧ ਦਾ ਕਟੋਰਾ ਲਿਖਿਆ ਕਿ ਪੀਰ ਮੁਲਤਾਨ ਦੇ ਅੱਗੋਂ, ਪੀਰ ਮੁਲਤਾਨ ਦੇ ਦੁੱਧ ਕਟੋਰਾ ਭਰ ਲੈ ਆਈ। ਤੇ ਇਹ ਭਾਈ ਪਿਆਲਾ ਭਾਰੇ ਕੇ ਆਬ ਕਾ, ਪਠਿਓ ਗੁਰੂ ਕੇ ਪਾਸ, ਗੁਰੂ ਸਾਹਿਬ ਦੇ ਕੋਲ ਭੇਜਿਆ। ਡਾਰ ਪਤਾਸੇ ਫੂਲ ਧਰ, ਦਇਓ ਫੇਰ ਗੁਰ ਖਾਸ। ਗੁਰੂ ਮਹਾਰਾਜ ਨੇ ਕੀ ਕੀਤਾ, ਉਹਦੇ ਉੱਤੇ ਭਾਈ ਉਹਦੇ ਵਿੱਚ ਪਤਾਸੇ ਪਾ ਤੇ ਉੱਤੇ ਫੁੱਲ ਧਰਤਾ। ਇਹ ਵੀ ਹੈ ਕਿ ਚਮੇਲੀ ਮਲਾਈ, ਚਮੇਲੀ ਮਿਸ਼ਰੀ ਨੂੰ ਵੀ ਕਹਿੰਦੇ ਆ, ਭਾਈ ਗੁਰਦਾਸ ਜੀ ਨੇ ਲਿਖਿਆ। ਚਮੇਲੀ ਇੱਕ ਫੁੱਲ ਵੀ ਹੈ, ਛੋਟਾ ਹੁੰਦਾ, ਮਹਿਕ ਬਹੁਤ ਹੁੰਦੀ ਹੈ, ਇਸ ਕਰਕੇ ਨਾਲੇ ਤਾਂ ਮਿੱਠਾ ਪਾਤਾ, ਨਾਲੇ ਉੱਤੇ ਫੁੱਲ ਧਰ ਦਿੱਤਾ। ਫੇਰ ਦਇਓ ਫੇਰ ਗੁਰ ਖਾਸ, ਮਹਾਰਾਜ ਨੇ ਆਪ ਫੇਰ ਉਸ ਦੁੱਧ ਨੂੰ ਉਵੇਂ ਹੀ ਭਰਿਆ ਭਰਾਇਆ ਮੋੜ ਦਿੱਤਾ। ਇਉਂ ਸਤਿਗੁਰੂ ਸੱਚੇ ਪਾਤਸ਼ਾਹ ਮਹਾਰਾਜ ਜੀ ਦੇ ਕੋਲ ਚੌਪਈ ਸਨੇ ਸਨੇ ਮੁਲਤਾਨ ਪਹੁੰਚੇ। ਇਉਂ ਚੌਪੀ ਵਿੱਚ ਲਿਖਦੇ ਨੇ ਕਿ ਸਨੇ ਸਨੇ ਹੌਲੀ ਹੌਲੀ ਮਹਾਰਾਜ ਮੁਲਤਾਨ ਪਹੁੰਚੇ। ਠਹਿਰੇ ਪੀਰਨ ਕੋ ਨਹਿ ਰੁਚੇ, ਜਦੋਂ ਉੱਥੇ ਮਹਾਰਾਜ ਰੁਕੇ, ਪੀਰਾਂ ਨੂੰ ਗੱਲ ਚੰਗੀ ਨਾ ਲੱਗੀ। ਪਿਆਲਾ ਪੂਰ ਦੂਧ ਕਾ ਕੱਲਾ, ਹੁਣ ਇੱਥੇ ਲਿਖਦੇ ਨੇ ਪਿਆਲਾ ਭਰ ਕੇ ਦੁੱਧ ਦਾ ਘਲ ਦਿੱਤਾ। ਦਇਓ ਉੱਤਰ ਗੁਰ ਇਹ ਅਵੱਲਾ, ਗੁਰੂ ਸਾਹਿਬ ਨੇ ਅਵੱਲਾ ਹੀ ਉਹਨਾਂ ਨੂੰ ਉੱਤਰ ਦਿੱਤਾ।
ਦਇਓ ਦੂਧ ਵਿੱਚ ਬੂਰਾ ਪਾਏ। ਤੇ ਮਹਾਰਾਜ ਨੇ ਦੁੱਧ ਦੇ ਵਿੱਚ ਮਿੱਠਾ ਪਾ ਦਿੱਤਾ। ਉੱਪਰ ਧਰ ਫੁੱਲ ਪਠਿਓ ਹਟਾਏ। ਤੇ ਉੱਪਰ ਭਾਈ ਫੁੱਲ ਧਰ ਕੇ ਮਹਾਰਾਜ ਨੇ ਵਾਪਸ ਭੇਜ ਦਿੱਤਾ ਹੈ। ਭਾਵ ਮਹਾਰਾਜ ਨੇ ਉਹਨਾਂ ਨੂੰ ਉਸੇ ਤਰ੍ਹਾਂ ਹੀ ਮੋੜਤਾ। ਦਾ ਭਾਵ ਕੀ ਸੀ? ਉਹਨਾਂ ਨੇ ਦੁੱਧ ਦਾ ਜਿਹੜਾ ਕਟੋਰਾ ਪਿਆਲਾ ਭਰ ਕੇ ਤੋਰਿਆ ਕਿ ਮਹਾਰਾਜ ਆ ਜਿਵੇਂ ਨੱਕੋ ਨੱਕ ਦੁੱਧ ਦਾ ਪਿਆਲਾ ਭਰਿਆ ਹੋਇਆ ਨਾ, ਇਸੇ ਤਰ੍ਹਾਂ ਮੁਲਤਾਨ ਪਹਿਲਾਂ ਹੀ ਪੀਰਾਂ ਨਾਲ ਭਰਿਆ ਪਿਆ। ਤੁਹਾਡੇ ਵਾਸਤੇ ਇੱਥੇ ਜਗ੍ਹਾ ਨਹੀਂ ਹੈ, ਤੁਸੀਂ ਕਿੱਥੇ ਸਮਾਓਗੇ? ਪੀਰ ਤਾਂ ਪਹਿਲਾਂ ਹੀ ਬਥੇਰੇ ਹੈ। ਗੁਰੂ ਸਾਹਿਬ ਮਹਾਰਾਜ ਨੇ ਕਿਹਾ ਸੀ ਕੋਈ ਇੱਥੇ ਤੁਹਾਨੂੰ ਦੋ ਵਿੱਚੋਂ ਕੱਢਣ ਨਹੀਂ ਆਏ। ਭਾਵ ਇਹ ਸੀ ਕਿ ਜਿਵੇਂ ਹੁਣ ਇਸ ਪਿਆਲੇ ਵਿੱਚ ਹੋਰ ਨਹੀਂ ਕੁਝ ਪੈ ਸਕਦਾ, ਹੋਰ ਦੁੱਧ ਨਹੀਂ ਪੈ ਸਕਦਾ, ਇਸੇ ਤਰ੍ਹਾਂ ਤੁਸੀਂ ਹੁਣ ਇੱਥੇ ਸਮਾ ਨਹੀਂ ਸਕਦੇ। ਗੁਰੂ ਸਾਹਿਬ ਨੇ ਬਚਨ ਇਹ ਸੰਕੇਤ ਦਿੱਤਾ, ਪੀਰੋ ਮੈਂ ਕੋਈ ਤੁਹਾਨੂੰ ਇੱਥੋਂ ਕੱਢਣ ਨਹੀਂ ਆਇਆ, ਮੈਂ ਤਾਂ ਤੁਹਾਡੇ ਅੰਦਰ ਰਸ ਭਰਨ ਆਇਆ ਤੇ ਤੁਹਾਡੇ ਅੰਦਰ ਮਹਿਕ ਭਰਨਾ। ਇਸ ਕਰਕੇ ਮਿੱਠਾ ਤੇ ਫੁੱਲ ਰੱਖ ਕੇ ਤੋਰਤਾ। ਨਾ ਤਾਂ ਮਿੱਠਾ ਪਾਏ ਤੋਂ ਦੁੱਧ ਜਿਹੜਾ ਉਹ ਗੁਰਮੁਖੋਂ ਵਧਿਆ, ਤੇ ਨਾ ਉੱਤੇ ਫੁੱਲ ਰੱਖੇ ਤੋਂ ਦੁੱਧ ਡੁੱਲਿਆ। ਭਾਵ ਕਿ ਉਵੇਂ ਦੁੱਧ ਦਾ ਦੁੱਧ ਉਵੇਂ ਹੀ ਆ ਵੀ ਜਿਵੇਂ ਹੁਣ ਵਾਪਸ ਆ ਇਹਦੇ ਵਿੱਚ ਅਸੀਂ ਰਸ ਭਰਤਾ ਤੇ ਨਾਲ ਇਹਨੂੰ ਮਹਿਕ ਵਾਲਾ ਹੀ ਫੁੱਲ ਰੱਖਤਾ ਕਿ ਮੈਂ ਤਾਂ ਰਸ ਤੇ ਮਹਿਕ ਦੇਣ ਵਾਸਤੇ ਆਇਆ, ਮੈਂ ਇੱਥੇ ਟਿਕਣਾ ਨਹੀਂ, ਅਸੀਂ ਤਾਂ ਜਗਤ ਨੂੰ ਤਾਰਨ ਵਾਸਤੇ ਆਏ ਆ। ਤੋ ਇਸ ਤਰ੍ਹਾਂ ਸਤਿਗੁਰੂ ਸੱਚੇ ਪਾਤਸ਼ਾਹ ਮਹਾਰਾਜ ਜੀ ਨੂੰ ਉਹਨਾਂ ਨੇ ਇਹ ਗੱਲ ਕਹੀ ਹੈ। ਤੇ ਜਦੋਂ ਸਤਿਗੁਰੂ ਸੱਚੇ ਪਾਤਸ਼ਾਹ ਨੇ ਫੁੱਲ ਰੱਖਿਆ, ਪੀਰਾਂ ਨੂੰ ਥੀ ਇਹੋ ਦਿਖਾਰੀ। ਪੀਰਾਂ ਨੇ ਇਹ ਗੱਲ ਦਿਖਾਈ ਸੀ, ਪੀਰੀ ਪੁਰ ਮੁਲਤਾਨ ਅਗਾਰੀ, ਕਿ ਜਿਹੜੀ ਮੁਲਤਾਨ ਹੈ ਪਹਿਲਾਂ ਹੀ ਪੀਰਾਂ ਨਾਲ ਭਰੀ ਪਈ ਹੈ। ਤੁਮਰਾ ਇਹਾਂ ਨਹੀਂ ਠਿਕਾਨਾ, ਤੁਹਾਰਾ ਇੱਥੇ ਮਹਾਰਾਜ ਠਿਕਾਣਾ ਨਹੀਂ ਬਣ ਸਕਦਾ। ਗੁਰ ਉੱਤਰ ਇਹੋ ਦਇਓ ਮਹਾਨਾ। ਗੁਰੂ ਸਾਹਿਬ ਨੇ ਫਿਰ ਇਹ ਮਹਾਨ ਉੱਤਰ ਦਿੱਤਾ, ਹਮ ਮੀਠੇ ਸਮ ਮਿਲ ਰਸ ਦੈ ਹੈ। ਅਸੀਂ ਤਾਂ ਮਿੱਠੇ ਵਾਂਗੂ ਤੁਹਾਨੂੰ ਭਾਈ ਇਹ ਮਹਾਨ ਰਸ ਦੇਣਾ। ਫੂਲ ਨਿਆਈ ਉੱਪਰ ਰਹਿ, ਤੇ ਫੁੱਲ ਦੀ ਨਿਆਈ ਰਹਿਣਾ ਤੁਹਾਡੇ ਤੋਂ ਉੱਪਰ ਹੈ ਜਾਂ ਮਹਿਕ ਦੇਣੀ ਹੈ। ਇਹ ਸੁਣ ਪੀਰ ਖੁਸ਼ੀ ਅਤ ਥਾਏ। ਇਹ ਸੁਣ ਕੇ ਜਿਹੜੇ ਪੀਰ ਹਨ ਬਹੁਤ ਖੁਸ਼ ਹੋਏ। ਮਿਲੇ ਸਭ ਹੈ ਸਤ ਗੁਰ ਕੋ ਆਏ। ਸਾਰੇ ਗੁਰੂ ਸਾਹਿਬ ਨੂੰ ਮਿਲੇ ਹਨ। ਦੋਹਰਾ ਪੀਰੀ ਪੁਰ ਮੁਲਤਾਨ ਹੈ, ਉਹਨੇ ਜਨਾਇਓ ਇਹੋ। ਉਹਨਾਂ ਨੇ ਹੀ ਜਣਾਇਆ ਸੀ ਮਹਾਰਾਜ ਮੁਲਤਾਨ ਪੀਰਾਂ ਨਾਲ ਭਰਿਆ ਪਿਆ। ਰਹਿ ਫੂਲ ਸਮ ਗੁਰ ਕਹਿਓ, ਭਏ ਖੁਸ਼ੀ ਪਿਖਵੇ ਹੋ। ਮਹਾਰਾਜ ਕਹਿੰਦੇ ਅਸੀਂ ਤਾਂ ਫੁੱਲ ਵਾਂਗੂ ਰਹਿਣਾ। ਇਹ ਵੇਖ ਕੇ ਉਹ ਬਹੁਤ ਖੁਸ਼ ਹੋਏ ਪੀਰ। ਸਦਾ ਸੁਹਾਗਨ ਲਾਲ ਜੀ ਔਰ ਬਹਾਵਲ ਹੱਕ। ਇਹਨਾਂ ਦੇ ਨਾਂ, ਇੱਕ ਦਾ ਨਾਂ ਸਦਾ ਸੁਹਾਗਣ ਹੈ, ਇੱਕ ਲਾਲ ਜੀ ਪੀਰ ਹੈ, ਇੱਕ ਬਹਾਵਲ ਹੱਕ ਹੈ। ਸੈਯਦ ਗਿਲਾਨੀ ਪੁਨਾ ਗੁਰ ਸਦ ਸੈਯਦ ਗਿਲਾਨੀ ਪੁਨਾ ਗੁਰ ਸੋ ਮਿਲੇ ਨਿਝੱਕ। ਇੱਕ ਸੈਯਦ ਗਿਲਾਨੀ ਹੈ, ਪੁਨਾ ਕਹੀਏ ਹੋਰ ਵੀ, ਜਿਹੜੇ ਗੁਰੂ ਸਾਹਿਬ ਨੂੰ ਆ ਕੇ ਮਿਲੇ ਹਨ। ਕਰ ਬਾਤੈ ਮਹਿਬੂਬ ਕੀ ਬਿਬਿਧ ਫਕੀਰੀ ਕੇਰ। ਆਪਣੇ ਪਿਆਰੇ ਮਹਿਬੂਬ ਪਰਮੇਸ਼ਰ ਦੀਆਂ ਫਿਰ ਗੱਲਾਂ ਕੀਤੀਆਂ। ਅਨੇਕਾਂ ਤਰ੍ਹਾਂ ਦੇ ਜਿਹੜੇ ਫਕੀਰ ਹਨ, ਵਿਵਿਧ ਫਕੀਰੀ ਕੇਰ। ਲਹਿਓ ਪਰਸ ਪਰ ਮੋਦ ਅਤ ਕਹਿਓ ਗੁਰੂ ਹੱਸ ਫੇਰ। ਤੇ ਆਪਸ ਵਿੱਚ ਮਿਲ ਕੇ ਪਰਸ ਪਰ ਬਹੁਤ ਆਨੰਦ ਲਿਆ। ਗੁਰੂ ਸਾਹਿਬ ਜੀ ਹੱਸ ਕੇ ਕਹਿਣ ਲੱਗੇ, ਗਰਦ ਗੋਰ ਗਰਮੀ ਗਦਾ ਤੋਹਫੇ ਤੁਮਰੇ ਭੂਰ। ਮਹਾਰਾਜ ਕਹਿੰਦੇ ਗਰਦ ਗੋਰ, ਗਰਦ ਕਹੀਏ ਧੂੜ, ਗੋਰ ਕਬਰ, ਗਰਮੀ ਗਦਾ ਫਕੀਰ ਜਿਹੜੇ ਮੰਗਤੇ। ਤੋਹਫੇ ਤੁਮਰੇ ਭੂਰ, ਤੁਹਾਡੇ ਭਾਈ ਤੋਹਫੇ ਬਹੁਤ ਚੰਗੇ ਹਨ। ਔਰ ਚੀਜ਼ ਨਹਿ ਇਹਾਂ ਬਹੁ ਕਾਂ ਪਰ ਕਰਤ ਗੁਰੂਰ। ਮਹਾਰਾਜ ਕਹਿੰਦੇ ਹੋਰ ਤਾਂ ਇੱਥੇ ਕੋਈ ਹੋਰ ਚੀਜ਼ ਤਾਂ ਹੈ ਨਹੀਂ ਇਦੋਂ ਬਿਨਾਂ। ਕਾਹਦੇ ਵਾਸਤੇ ਐਵੇਂ ਹੰਕਾਰ ਕਰੀ ਜਾਂਦੇ ਹੋ?
ਕਾਹਦੇ ਵਾਸਤੇ ਇਹੋ ਜਿਹਾ ਕੁਛ ਕਰ ਰਹੇ ਹੋ। ਇਹ ਮਹਾਰਾਜ ਜੀ ਨੇ ਉੱਥੇ ਬਚਨ ਕਹੇ ਹਨ। ਤੇ ਉਸ ਸਮੇਂ ਇਹ ਚੌਪਈ ਦੇ ਵਿੱਚ ਵੀ ਇਉਂ ਲਿਖਿਆ ਹੈ। ਚੌਪਈ ਸਤਿਗੁਰੂ ਪਾਤਸ਼ਾਹ ਮਹਾਰਾਜ ਦੇ ਕੋਲ ਜਦੋਂ ਪੀਰ ਆਏ, ਮਰਦਾਨੇ ਪੀਰ ਉਨ ਕੋ ਕਹਾ, ਭਾਈ ਮਰਦਾਨੇ ਨੇ ਉਹਨਾਂ ਨੂੰ ਕਿਹਾ ਪੀਰਾਂ ਨੂੰ, ਤੁਮ ਮਤਰ ਕਿਸ ਬਤ ਪਰ ਗਹਾ, ਤੁਸੀਂ ਕਾਹਦੇ ਪਿੱਛੇ ਹੰਕਾਰ ਕਰਦੇ ਹੋ। ਗਰਮੀ ਗੋਰਾ ਗਰਦ ਗਦਾਈ, ਇੱਕ ਤਾਂ ਇੱਥੇ ਗਰਮੀ ਹੈ, ਕਬਰਾਂ ਨੇ, ਗਰਦ ਧੂੜ ਹੈ, ਤੇ ਹੋਰ ਗਦਾਈ ਫਕੀਰ ਮੰਗਤੇ ਹਨ ਸਾਰੇ, ਹੋਰ ਕੀ ਹੈ। ਤੁਮ ਢਿਗ ਚਾਰ ਚੀਜ਼ ਅਧਿਕਾਈ, ਤੇ ਤੁਹਾਡੇ ਕੋਲੇ ਚਾਰ ਹੀ ਚੀਜ਼ਾਂ ਨੇ, ਹੋਰ ਤਾਂ ਨਹੀਂ ਹੈ ਕੁਛ। ਸੁਨ ਸ਼ਰਮਿੰਦੇ ਹੋਏ ਸਾਰੇ, ਇਹ ਸੁਣ ਕੇ ਸਾਰੇ ਸ਼ਰਮਿੰਦੇ ਹੋਏ। ਚਰਚਾ ਹੋਈ ਗੁਰੂਪੁਰੀ ਪ੍ਰਹਿਲਾਦ ਪਧਾਰੇ, ਇੱਥੋਂ ਮਹਾਰਾਜ ਜੀ ਪ੍ਰਹਿਲਾਦਪੁਰੀ ਨੂੰ ਗਏ ਹਨ। ਤੇ ਉਹ ਜਦੋਂ ਫਿਰ ਪੀਰ ਹਨ ਜਿੰਨੇ ਵੀ, ਮਹਾਰਾਜ ਨੇ ਕਿਹਾ ਔਰ ਚੀਜ਼ ਨਹਿ ਇਹਾਂ ਬਹੁ ਕਾ ਪਰ ਕਰਤ ਗੁਰੂਰ, ਕਾਹਦਾ ਹੰਕਾਰ ਕਰਦੇ ਹੋ। ਦੋਹਰਾ ਖਲੜੀ ਸ਼ਮਸ ਤਰਬੇਜ ਕੀ, ਭਿਖੀ ਫਕਰ ਕੀ ਚਾਹੇ। ਇੱਕ ਸੂਫੀ ਫਕੀਰ ਹੋਇਆ, ਉਹਦਾ ਨਾਮ ਸੀ ਮਖਦੂਮ ਸ਼ਾਹ ਸਮਸ਼ਦੀਨ। ਅਨਲ ਹੱਕ ਕਹਿੰਦਾ ਮੈਂ ਖੁਦਾ ਹਾਂ। ਮੁਲਤਾਨ ਦੇ ਹਾਕਮ ਨੇ ਉਹਦੀ ਖੱਲ ਉਤਰਾ ਦਿੱਤੀ ਸੀ। ਤੂੰ ਇਹ ਗੱਲ ਕਿਵੇਂ, ਆਪਾਂ ਨਾਨਕ ਪ੍ਰਕਾਸ਼ ਦੇ ਵਿੱਚ ਕਥਾ ਸੁਣੀ ਪੜ੍ਹੀ ਹੈ। ਭਿਖੀ ਫਕਰ ਕੀ ਚਾਹੇ, ਇਹ ਫਕਰ ਦੀ ਚਾਹ ਕਰ ਦੇਖੀ ਹੈ, ਚਾਹ ਕੇ ਦੇਖਿਆ। ਜੋ ਕਾਜੀਅਨ ਕੇ ਕਹੇ ਦੀਨੀ ਥੀ ਉਨ ਲਾਹੇ, ਜਿਹੜੀ ਕਾਜੀਆਂ ਦੇ ਕਹੇ ਤੋਂ ਉਹਦੀ ਜਿਹੜੀ ਖਲੜੀ ਸੀ ਨਾ, ਖਲੜੀ ਸਮਸ਼ਤਰਵੇਜ ਦੀ, ਉਹ ਭਾਈ ਕਾਜੀਆਂ ਦੇ ਕਹੇ ਤੋਂ ਫਤਵੇ ਤੋਂ ਰਾਜੇ ਨੇ ਲਾ ਦਿੱਤੀ ਸੀ। ਅਬ ਲੋ ਬਾਲੋ ਸਹਿਤ ਵਹਿ ਹੈ ਹਮ ਪੇਖੀ ਆਪ। ਤੇ ਇਹ ਗੱਲ ਦੇਖੋ, ਉਸ ਸਮੇਂ ਗਿਆਨੀ ਗਿਆਨ ਸਿੰਘ ਜੀ ਬਹੁਤ ਘੁੰਮੇ ਇਲਾਕਾ, ਉਹ ਸਮਾਂ ਸੀ। ਕਹਿੰਦੇ ਭਾਈ ਹੁਣ ਵੀ ਬਾਲਾਂ ਦੇ ਸਹਿਤ ਅਸੀਂ ਉਹ ਖਲੜੀ ਹੈ ਉਹ ਸਾਂਭ ਕੇ ਰੱਖੀ, ਉਹਨਾਂ ਨੇ ਆਪ ਵੇਖੀ ਹੈ। ਲਾਏ ਮਸਾਲੇ ਗੁਫਾ ਮੈਂ ਰੱਖੀ ਮਜੌਰਨ ਥਾਪ, ਜਿਹੜੇ ਮਜੌਰ ਪੁਜਾਰੀ ਹੈਗੇ ਆ, ਮਜੌਰ ਕਹਿੰਦੇ ਆ ਉਹਨਾਂ ਨੂੰ, ਜਿਵੇਂ ਆਪਾਂ ਗੁਰੂ ਘਰ ਦੇ ਗ੍ਰੰਥੀ ਕਹਿੰਦੇ ਆ, ਮੰਦਰ ਵਿੱਚ ਪੁਜਾਰੀ ਕਹਿ ਦਿੰਦੇ ਆ, ਮੁਸਲਮਾਨ ਮਜੌਰ ਕਹਿੰਦੇ ਆ। ਤਿੰਨੇ ਸ਼ਬਦ ਪਵਿੱਤਰ ਹਨ। ਤੇ ਉਹਨਾਂ ਨੇ ਉਹਨੂੰ ਟਿਕਾ ਕੇ ਮਸਾਲੇ ਵਗੈਰਾ ਲਾ ਕੇ ਗੁਫਾ 'ਚ ਰੱਖਿਆ ਹੋਇਆ। ਇਉਂ ਪੁਨ ਜਾਗਾ ਪ੍ਰਹਿਲਾਦ ਕੀ, ਪੇਖੀ ਸਤਿਗੁਰ ਜਾਏ। ਫੇਰ ਭਾਈ ਪ੍ਰਹਿਲਾਦ ਭਗਤ ਦੀ ਜਗ੍ਹਾ ਨੂੰ ਸਤਿਗੁਰਾਂ ਜਾ ਵੇਖਿਆ। ਮਰਦਾਨੇ ਕੇ ਪੁੱਛਨੇ ਪਰ ਜੋ ਕਹਿਓ ਸੁਨਾਏ, ਭਾਈ ਮਰਦਾਨੇ ਦੇ ਪੁੱਛਣ ਤੇ ਗੁਰੂ ਪਾਤਸ਼ਾਹ ਨੇ ਇਸ ਤਰ੍ਹਾਂ ਸੁਣਾਇਆ। ਚੌਪਈ ਵੇਖ ਮਰਦਾਨੇ ਬੁੱਝੀ ਕਥਾ, ਇਹ ਵੇਖ ਮਰਦਾਨੇ ਨੇ ਪ੍ਰਹਿਲਾਦ ਦੀ ਕਥਾ ਪੁੱਛੀ। ਗੁਰੂ ਸੁਣਾਈ ਥਾਈ ਜਥਾ, ਗੁਰੂ ਮਹਾਰਾਜ ਨੇ ਭਾਈ ਉਸੇ ਜਗ੍ਹਾ ਹੀ ਜਿਹੜੀ ਉਹ ਕਥਾ ਸੁਣਾਈ ਹੈ। ਭੂਰ ਹਿਰਨ ਕਸ਼ਪ ਇੱਕ ਭਇਓ, ਭੂਪ ਹਿਰਨ ਕਸ਼ਪ ਇੱਕ ਭਇਓ। ਇੱਕ ਹਿਰਨ ਕਸ਼ਪ ਨਾਂ ਦਾ ਰਾਜਾ ਹੋਇਆ। ਨਾਸਤਕ ਮਤ ਤੇ ਹਿਰਦ ਧਰ ਲਇਓ, ਜਿਹਨੇ ਆਪਣੇ ਹਿਰਦੇ ਵਿੱਚ ਨਾਸਤਕ ਮਤ ਧਾਰਨ ਕਰ ਲਿਆ, ਭਾਵ ਰੱਬ ਤੋਂ ਮੁਨਕਰ ਹੋ ਗਿਆ। ਤੀਰਥ ਦੇਵ ਪਿਤਰ ਦਿਜ ਸਾਧੂ, ਜਿੰਨੇ ਤੀਰਥ ਦੇਵੀ ਦੇਵਤੇ ਪਿੱਤਰ ਔਰ ਬ੍ਰਾਹਮਣ ਸਾਧੂ ਸਨ। ਜਗ ਦਾਨ ਤਪ ਜਪ ਆਗਾਧੂ, ਜਿਤਨੇ ਜਗ ਹੁੰਦੇ ਦਾਨ ਹੁੰਦਾ, ਜਪ ਤਪ ਬਹੁਤ ਹੁੰਦੇ। ਮਾਨਨ ਪੂਜਨ ਸਭ ਕਾ ਛੋਰਾ, ਉਹਨੇ ਸਾਰਿਆਂ ਦਾ ਮੰਨਣਾ ਪੂਜਣਾ ਬੰਦ ਕਰਵਾ ਦਿੱਤਾ ਆਪਣੇ ਰਾਜ ਵਿੱਚ। ਪਾਪ ਪੁੰਨ ਨਹਿ ਮਾਨੈ ਭੋਰਾ, ਤੇ ਭੋਰਾ ਭਰ ਵੀ ਥੋੜਾ ਜਿਹਾ ਵੀ ਕੋਈ ਪਾਪ ਪੁੰਨ ਨਹੀਂ ਸੀ ਮੰਨਦਾ। ਕਹਿੰਦਾ ਕੋਈ ਪਾਪ ਪੁੰਨ ਨਹੀਂ ਹੁੰਦਾ ਹੈ। ਈਸ਼ਵਰ ਨਹਿ ਕੋ ਪਰਲੋਕੂ, ਤੇ ਨਾ ਹੀ ਕੋਈ ਪ੍ਰਲੋਕ ਹੈ ਤੇ ਨਾ ਹੀ ਕੋਈ ਈਸ਼ਵਰ ਹੈ। ਪਾਂਚ ਭੂਤ ਕਾ ਹੈ ਜਹ ਓਕੂ,
ਇਹ ਜਿਹੜਾ ਸਰੀਰ ਘਰ ਹੈ ਇਹ ਪੰਜਾਂ ਤੱਤਾਂ ਦਾ ਹੀ ਹੈ। ਨਹਿ ਕੋ ਜੀਵ ਦੇਹ ਤੇ ਨਿਆਰਾ, ਤੇ ਨਾ ਹੀ ਕੋਈ ਜੀਵ ਆਤਮਾ ਕੋਈ ਦੇਹ ਤੋਂ ਵੱਖਰੀ ਅੱਡ ਹੈ। ਜੀਵਨ ਅਹੈ ਪ੍ਰਾਨ ਅਨੁਸਾਰਾ, ਆਹੀ ਜੀਵਨ ਆ ਜਿਹੜਾ ਪ੍ਰਾਣਾਂ ਦੇ ਅਨੁਸਾਰ ਚੱਲ ਰਿਹਾ ਹੈ। ਆਵਤ ਹੈ ਜਬ ਕਾ ਜਾ ਕੋ ਅੰਤਾ, ਕਹਿੰਦੇ ਜਦੋਂ ਉਹ ਸੋਚਦਾ ਸੀ ਇਹ ਜੀਵ ਦਾ ਅੰਤ ਦਾ ਸਮਾਂ ਆ ਜਾਂਦਾ ਹੈ। ਜੈਸਾ ਗਧਾ ਤੈਸ ਹੀ ਸੰਤਾ, ਕਹਿੰਦੇ ਉਹ ਫਿਰ ਉਸੇ ਤਰ੍ਹਾਂ ਹੀ ਹੈ, ਜਿਹੋ ਜਿਹਾ ਗਧਾ ਹੈ ਉਹ ਜਿਹਾ ਸੰਤ ਹੈ। ਜਹ ਮਤ ਜਬ ਉਹਨੇ ਅਨਕ ਬਿਥਾਰਿਓ, ਇਹੋ ਜਿਹਾ ਮਤ ਭਾਈ ਉਹਨੇ ਇਹ ਖਿਆਲ ਜਦੋਂ ਬਹੁਤ ਜ਼ਿਆਦੇ ਫੈਲਾ ਦਿੱਤੇ। ਵੈਦਕ ਮਤੋ ਸਮੂਲ ਉਖਾਰਿਓ, ਜਿਹੜਾ ਵੈਦਕ ਮਤ ਆਸਤਕ ਮਤ ਸੀ ਉਹ ਸਣੇ ਮੁੱਢ ਦੇ ਜੜੋਂ ਪੱਟ ਦਿੱਤਾ। ਤਾਂ ਕਿ ਸੁਤ ਹੋਇਓ ਪ੍ਰਹਿਲਾਦੂ, ਫਿਰ ਉਸ ਹਰਨਾਕਸ਼ ਦਾ ਪੁੱਤਰ ਉਹਦੇ ਘਰ ਜੰਮਿਆ ਇੱਕ ਪ੍ਰਹਿਲਾਦ। ਇੱਕ ਦਿਨ ਖੇਲਤ ਸਹਿਲਾਦੂ, ਇੱਕ ਦਿਨ ਭਾਈ ਆਨੰਦ ਸਹਿਤ ਖੇਲਦਾ ਸੀ। ਇਹ ਕਥਾ ਪਹਿਲਾਂ ਆਪਾਂ ਸੁਣ ਚੁੱਕੇ ਹਾਂ ਸ੍ਰੀ ਨਾਨਕ ਪ੍ਰਕਾਸ਼ ਵਿੱਚੋਂ, ਕਾਫੀ ਲੰਮੇਰੀ ਹੈ ਕਥਾ, ਇੱਥੇ ਤਾਂ ਹੁਣ ਸੰਖੇਪ ਦੱਸ ਰਹੇ ਹਨ। ਆਵੀ ਜਹਾਂ ਕੁਮਾਰ ਲਗਾਵੇ, ਜਿੱਥੇ ਕੁਮਾਰ ਦਾ ਆਵਾ ਲਾਇਆ ਹੋਇਆ ਸੀ। ਗਇਓ ਖੇਲ ਤੋ ਤਹਿ ਸਹਿ ਜਾਵੇ, ਪ੍ਰਹਿਲਾਦ ਛੋਟਾ ਹੁੰਦਾ ਖੇਡਦਾ ਖੇਡਦਾ ਸਹਿਜ ਸੁਭਾਅ ਉੱਥੇ ਚਲਿਆ ਗਿਆ। ਬਿੱਲੀ ਕੇ ਬੱਚੇ ਮਧ ਆਵੀ, ਤੇ ਉਸ ਆਵੇ ਦੇ ਵਿੱਚ ਕਿਸੇ ਭਾਂਡੇ ਵਿੱਚ ਘੜੇ ਵਿੱਚ ਬਿੱਲੀ ਦੇ ਬੱਚੇ ਸਨ। ਭੂਲ ਚੁਨੇ ਪਾਛੇ ਸੁਧ ਆਵੀ, ਉਹ ਕੁਮਾਰ ਨੇ ਭੁੱਲ ਦੇ ਨਾਲ ਹੀ ਸਾਰੇ ਵਿੱਚ ਹੀ ਚੁਣ ਦਿੱਤੇ ਤੇ ਬਾਅਦ ਵਿੱਚ ਉਹਨੂੰ ਹੋਸ਼ ਆਈ। ਦੀਨੀ ਥੀ ਜਬ ਆਗ ਲਗਾਈ, ਜਦੋਂ ਉਹਨੇ ਆਵੇ ਨੂੰ ਅੱਗ ਦੇ ਦਿੱਤੀ ਫਿਰ ਉਹਨੂੰ ਪਤਾ ਲੱਗਿਆ ਕਿ ਮੇਰੇ ਤੋਂ ਗਲਤੀ ਹੋ ਗਈ। ਬਿੱਲੀ ਉੱਥੇ ਵਿਚਾਰੀ ਰੋਂਦੀ ਫਿਰਦੀ ਹੈ ਬੱਚਿਆਂ ਦੇ ਵਾਸਤੇ। ਉਹ ਕੁਮਾਰ ਨੂੰ ਹੋਇਆ ਤੇ ਮੇਰੇ ਤੋਂ ਪਾਪ ਹੋ ਗਿਆ, ਹੁਣ ਜੇ ਮੈਂ ਇਹਨੂੰ ਖੋਲਦਾ ਤਾਂ ਸਾਰਾ ਹੀ ਖਰਾਬ ਹੋ ਜੂ, ਮੇਰੇ ਜਵਾਕਾਂ ਦਾ ਕੀ ਬਣੂ, ਭੁੱਖੇ ਤਾਂ ਮਰ ਰਹੇ ਆ, ਜੇ ਨਹੀਂ ਖੋਲਦਾ ਬਿੱਲੀ ਦੇ ਬੱਚੇ ਮਰ ਜਾਣਗੇ। ਫਿਰ ਉਹਨੇ ਪਰਮੇਸ਼ਰ ਨੂੰ ਰਾਧਿਆ ਸੀ। ਉਸ ਸਮੇਂ ਰਾਮ ਰਾਖੇ ਰਾਮ ਕਹਿਓ ਉਨ ਭਾਈ, ਉਹਨੇ ਕਿਹਾ ਵੀ ਰਾਮ ਹੀ ਰਾਖੈ ਪ੍ਰਮਾਤਮਾ। ਉਸ ਇੱਥੇ ਰਾਮ ਦਾ ਭਾਵ ਰਾਮ ਚੰਦਰ ਜੀ ਨਹੀਂ, ਕਿਉਂਕਿ ਸਤਯੁਗ ਦੀ ਕਥਾ ਹੈ। ਭਗਵਾਨ ਰਾਮ ਤ੍ਰੇਤੇ ਚ ਹੋਏ ਆ। ਰਾਮ ਕੀ ਹੈ ਅਸਲ ਵਿੱਚ? ਰਾਮ ਉਹ ਹੈ ਜਿਹੜਾ ਹਰ ਸਮੇਂ, ਰਾਮ ਕਿਤੇ ਹੈ ਜਾਂਦਾ ਆਉਂਦਾ ਨਹੀਂ, ਹਰ ਸਮੇਂ ਹੈ। ਉਹ ਰਾਮ ਰਮਿਆ ਹੋਇਆ ਪਰਮੇਸ਼ਰ ਅਕਾਲ ਪੁਰਖ ਹੈ, ਜੋ ਮਹਾਰਾਜ ਦੀ ਬਾਣੀ ਵਿੱਚ ਵੀ ਆਉਂਦਾ ਹੈ। ਤੇ ਇਸ ਕਹਿਣ ਲੱਗਿਆ ਰਾਮ ਹੀ ਰਾਖਾ ਹੈ ਇਹਨਾਂ ਸਾਰਿਆਂ ਦਾ। ਬਾਤ ਇਹੋ ਪ੍ਰਹਿਲਾਦ ਸੋ ਸੁਣੀ, ਇਹ ਗੱਲ ਭਗਤ ਪ੍ਰਹਿਲਾਦ ਨੇ ਸੁਣ ਲਈ। ਆਵੀ ਪੱਕੀ ਤੋ ਆਇਓ ਗੁਣੀ, ਇਹ ਵਿਚਾਰ ਕੇ ਆ ਗਿਆ ਵੇਖਦੇ ਆ ਜਿਹੜੇ ਰਾਮ ਅੱਗੇ ਅਰਦਾਸਾਂ ਕਰਦਾ ਸੀ ਉਹ ਇਹ ਬਿੱਲੀ ਦੇ ਬੱਚਿਆਂ ਨੂੰ ਰੱਖਦਾ ਹੈ ਜਾਂ ਵਿੱਚੇ ਮੱਚਦੇ ਨੇ, ਵੇਖਦੇ ਆ। ਇਹ ਵਿਚਾਰ ਕਰਕੇ ਆਵੇ ਪੱਕੇ ਤੋਂ ਜਦੋਂ ਆਇਆ। ਨਿਕਸੇ ਸਾਬਤ ਪੂਤ ਮਜਾਰੀ, ਮਜਾਰ ਬਿੱਲੇ ਨੂੰ ਕਹਿੰਦੇ ਆ। ਸਾਬਤ ਸੂਰਤ ਜਿਉਂਦੇ ਬੱਚੇ ਬਿੱਲੀ ਦੇ ਵਿੱਚੋਂ ਨਿਕਲੇ ਆਏ। ਪੇਖ ਸਿਦਕ ਭਉ ਤਾਂ ਕੋ ਭਾਰੀ, ਇਸ ਤਰ੍ਹਾਂ ਭਾਈ ਉਹਦਾ ਭਰੋਸਾ ਪਰਮੇਸ਼ਰ ਤੇ ਸਿਦਕ ਵੱਡਾ ਵੇਖ ਕੇ ਤਾਹੀ ਸਮੇਂ ਆਏ ਰਿਖ ਨਾਰਦ, ਨਾਰਦ ਰਿਖੀ ਵੀ ਉਸ ਸਮੇਂ ਆ ਗਏ। ਦੀਨੋਂ ਤੇ ਉਪਦੇਸ਼ ਵਿਸਾਰਦ, ਤੇ ਇਹ ਭਾਈ ਮਹਾਨ ਪਵਿੱਤਰ ਉਪਦੇਸ਼ ਬਿਰ ਨਾਰਦ ਮੁਨੀ ਦਿੱਤਾ। ਤਾਂ ਦਿਨ ਤੈ ਤੇ ਭਗਤ ਗਹੀ ਹਰ, ਉਸ ਦਿਨ ਤੋਂ ਭਾਈ ਉਹਨੇ ਫਿਰ ਹਰੀ ਦੀ ਭਗਤੀ ਕਰਨੀ ਸ਼ੁਰੂ ਕਰਤੀ। ਰਹੇ ਉਹ ਛੁਡਾਏ ਬਾਪ ਬਹੁਤ ਡਰ, ਉਹਦਾ ਬਾਪ ਬਹੁਤ ਡਰ ਭੈ ਦੇ ਕੇ ਉਹਨੂੰ ਹਰੀ ਭਗਤੀ ਛਡਾਉਂਦਾ ਰਿਹਾ। ਜਬ ਕੇ ਹੂੰ ਪ੍ਰਹਿਲਾਦ ਨ ਡਰਾ, ਜਦੋਂ ਕਿਸੇ ਤਰ੍ਹਾਂ ਵੀ ਪ੍ਰਹਿਲਾਦ ਡਰਿਆ ਨਹੀਂ। ਤਪਤ ਥੰਬ ਸੋ ਲਾਵਨ ਕਰਾ, ਤਾਂ ਉਹਨੇ ਤਪ ਦੇ ਥੰਮ ਨਾਲ ਉਸ ਨੂੰ ਲਾਉਣਾ ਕੀਤਾ।
ਤਾਂ ਪਰ ਭੀ ਜਬ ਨਹਿ ਉਨ ਮਾਨੋ। ਜਦੋਂ ਫੇਰ ਵੀ ਦੇਖੋ ਮੰਨਿਆ ਨਹੀਂ ਹੈ, ਮਾਰਨ ਲੱਗੋ ਦੁਸ਼ਟ ਤਬ ਜਾਨੋ। ਤਾਂ ਬਾਪ ਆਪਣੇ ਪੁੱਤਰ ਨੂੰ ਦੁਸ਼ਟ ਜਿਹੜਾ ਹਰਨਾਕਸ਼ ਸੀ ਉਹ ਪ੍ਰਹਿਲਾਦ ਨੂੰ ਫਿਰ ਮਾਰਨ ਲੱਗਿਆ। ਭਗਤ ਹੇਤ ਈਸ਼ਵਰ ਤਨ ਧਾਰਾ। ਤੇ ਭਗਤ ਹੇਤ ਈਸ਼ਵਰ ਨੇ ਆਪਣੇ ਭਗਤ ਦੇ ਵਾਸਤੇ ਇੱਕ ਤਨ ਧਾਰਿਆ। ਨਰ ਸਿੰਘ ਹੈ ਭੂਪਤ ਕੋ ਮਾਰਾ। ਨਰ ਸਿੰਘ ਹੋ ਕੇ ਉਸ ਰਾਜੇ ਨੂੰ ਮਾਰਿਆ। ਫਿਰ ਵੈਦਕ ਮਤ ਫਿਰ ਜਗ ਵਿਸਤਾਰਾ। ਜੋ ਆਸਤਕ ਮਤ ਹੈ ਉਹ ਜਗਤ ਦੇ ਵਿੱਚ ਫੈਲਾਇਆ। ਨਾਸਤਕ ਮਤ ਕਾ ਮੂਲ ਪਾਰਾ। ਜਿਹੜਾ ਨਾਸਤਕ ਮਤ ਸੀ ਉਹਦਾ ਭਾਈ ਜੜੋਂ ਹੀ ਪੁੱਟ ਦਿੱਤਾ। ਜਬ ਜਬ ਲੋਪਤ ਧਰਮ ਹਰ ਭਗਤੀ। ਕਹਿੰਦੇ ਜਦੋਂ ਜਦੋਂ ਵੀ ਧਰਮ ਹਰੀ ਦੀ ਭਗਤੀ ਇਸ ਜਗਤ ਤੋਂ ਅਲੋਪ ਹੁੰਦੀ ਹੈ, ਤਬ ਈਸ਼ਵਰ ਤਨ ਧਰ ਪਰ ਜਗਤੀ। ਤਦ ਤਦ ਈਸ਼ਵਰ ਕੋਈ ਸਰੂਪ ਧਾਰ ਕੇ ਤਨ ਧਾਰ ਕੇ ਜਗਤ ਤੇ ਆਉਂਦਾ ਹੈ। ਕਹਿ ਨਿਜ ਭਗਤ ਪੈਗੰਬਰ ਪਠ ਹੈ। ਕੋਈ ਭਾਈ ਇਸ ਤਰ੍ਹਾਂ ਦੇਖੋ ਜਿਹੜੇ ਭਗਤ ਨੇ ਉਹ ਫਿਰ ਉਸ ਨੂੰ ਆਪਣਾ ਪੈਗੰਬਰ ਕਹਿੰਦੇ ਹਨ। ਮਾਰਗ ਧਰਮ ਭਗਤ ਫਿਰ ਠਟ ਹੈ। ਉਹ ਧਰਮ ਦਾ ਮਾਰਗ ਫੇਰ ਉਸੇ ਤਰ੍ਹਾਂ ਭਗਤੀ ਮਾਰਗ ਕਾਇਮ ਕਰ ਦਿੰਦਾ ਹੈ। ਦੋਹਰਾ ਗਾਥ ਕਹਿ ਪ੍ਰਹਿਲਾਦ ਕੀ, ਆਏ ਤੁਲੰਬੇ ਗਾਮ। ਇਸ ਤਰ੍ਹਾਂ ਸਤਿਗੁਰੂ ਪਾਤਸ਼ਾਹ ਨੇ ਇਸ ਤੋਂ ਪਹਿਲਾਂ ਹਨ ਇੱਕ ਚੌਪਈ, ਸਿਦਕ ਬੜਿਓ ਬਹੁ ਜਿਸ ਕੋ ਸੁਨ ਕੈ। ਇਹ ਜਦੋਂ ਕਥਾ ਸੁਣੀ ਹੈ ਗੁਰਮੁਖੋ, ਉਦੋਂ ਫਿਰ ਸੁਣ ਕੇ ਜਿਹਨੇ ਸੁਣੀ ਉਹਦਾ ਸਿਦਕ ਉਹਦੇ ਅੰਦਰ ਵਧਿਆ। ਸਦਾ ਸਹਾਈ ਪ੍ਰਭ ਕੋ ਗੁਣ ਕੈ। ਜੋ ਪ੍ਰਮਾਤਮਾ ਹੈ ਉਹ ਸਦਾ ਸਹਾਈ ਜਾਣ ਕੇ ਫੇਰ ਕਹਿਓ ਜਾ ਬਿਦ ਮਰਦਾਨੇ। ਫਿਰ ਭਾਈ ਮਰਦਾਨੇ ਨੇ ਇਸ ਤਰ੍ਹਾਂ ਕਿਹਾ, ਧੰਨ ਪ੍ਰਭੂ ਧੰਨ ਗੁਰੂ ਮਹਾਨੇ। ਧੰਨ ਹੈ ਪਰਮੇਸ਼ਰ, ਧੰਨ ਹਨ ਸਤਿਗੁਰੂ ਗੁਰੂ ਨਾਨਕ ਪਾਤਸ਼ਾਹ ਜੀ, ਤੁਸੀਂ ਮਹਾਨ ਸਤਿਗੁਰੂ। ਇਉਂ ਭਾਈ ਮਰਦਾਨੇ ਨੇ ਇੱਥੋਂ ਫਿਰ ਸਤਿਗੁਰੂ ਪਾਤਸ਼ਾਹ ਤੋਂ ਕਥਾ ਸੁਣੀ। ਇੱਥੋਂ ਮਹਾਰਾਜ ਅੱਗੇ ਇਹ ਗੁਰਮੁਖੋ ਜਿਹੜਾ ਪ੍ਰਹਿਲਾਦ ਦੀ ਜਗ੍ਹਾ ਇਹ ਮੁਲਤਾਨ ਵਿੱਚ ਹੈ। ਪ੍ਰਹਿਲਾਦ ਮੁਲਤਾਨ ਵਿੱਚ ਹੋਇਆ। ਅੱਜ ਵੀ ਜਿਹੜੀ ਹੈ ਭਗਤ ਪ੍ਰਹਿਲਾਦ ਦੇ ਉਹ ਮੱਠ ਨੇ ਜਿੱਥੇ ਵੱਡਾ ਸਥਾਨ, ਜਿੱਥੇ ਥੰਮ ਜਿਹੜਾ ਸੀ ਉਹ ਥੰਮ ਕੋਈ ਛੋਟਾ ਮੋਟਾ ਨਹੀਂ ਸੀ, ਬਹੁਤ ਚੌੜਾ ਥੰਮ ਸੀ। ਤੇ ਉਹ ਜਿਹੜਾ ਸੀ ਅੱਜ ਕੱਲ ਦੇ ਤਾਂ ਚੰਗੇ ਵੱਡੇ ਵੱਡੇ ਕਮਰਿਆਂ ਜਿੱਡਾ ਉਹ ਥੰਮ ਕਹਿ ਲੋ ਜਿਹਨੂੰ ਲਾਲ ਕੀਤਾ ਸੀ। ਉਹਦੇ ਵਿੱਚ ਅਸਲ ਵਿੱਚ ਉਹ ਜਿਵੇਂ ਵਿੱਚੋਂ ਅੱਗ ਵਾਲੀ ਖਾਲੀ ਕਰਕੇ ਕਮਰਾ ਨਵਾਂ ਮੋਟੀਆਂ ਮੋਟੀਆਂ ਕੰਧਾਂ ਵਾਲਾ। ਤੇ ਇੱਕ ਗੁਰਮੁਖ ਕੋਈ ਉੱਥੇ ਗਿਆ, ਉਹਨੇ ਤਸਵੀਰਾਂ ਜਿਹੜੀਆਂ ਸੀ ਉਹ ਫਿਰ ਜਾਰੀ ਕੀਤੀਆਂ ਸੀ ਕਿ ਆਹ ਹੈ ਭਗਤ ਪ੍ਰਹਿਲਾਦ ਦੀ। ਮੁਲਤਾਨ ਦੇ ਵਿੱਚ ਜਗ੍ਹਾ ਹੈ ਜਿੱਥੇ ਭਗਤ ਪ੍ਰਹਿਲਾਦ ਨੂੰ ਤਸੀਹੇ ਦੇਣ ਦੀ ਕੋਸ਼ਿਸ਼ ਕੀਤੀ। ਨਰ ਸਿੰਘ ਨੇ ਪ੍ਰਗਟ ਹੋ ਕੇ ਹਰਨਾਕਸ਼ ਨੂੰ ਮਾਰਿਆ ਸੀ। ਇੱਥੋਂ ਫਿਰ ਸਤਿਗੁਰੂ ਤਲੰਬੇ ਆਏ ਆ, ਸੱਜਣ ਠੱਗ ਨੂੰ ਤਾਰਿਆ। ਅਗਲੇ ਹੋਰ ਨਾਲ ਕਥਾ ਜਿਹੜੀ ਹੈ ਉਹ ਆਪਾਂ ਹੁਣ ਕੱਲ ਦੇ ਸਮੇਂ ਸਰਵਣ ਕਰਾਂਗੇ। ਭੁੱਲ ਚੁੱਕ ਦੀ ਖਿਮਾ। ਸਰਬੱਤ ਮਾਈ ਭਾਈ ਉਚਾਰਨ ਕਰੋ ਜੀ। ਵਾਹਿਗੁਰੂ ਨਾਮ ਜਹਾਜ ਹੈ, ਚੜੇ ਸੋ ਤਰੇ ਪਾਰ। ਜੋ ਸ਼ਰਧਾ ਕਰ ਸੇਵੰਦੇ, ਗੁਰ ਪਾਰੋ ਤਾਰਨ ਹਾਰ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ।